ਇਹ ਜਿਹੜੇ ਆਰਡੀਨੈਂਸ ਨੇ ਇਹ ਅਮੀਰ ਕਿਸਾਨੀ ਦੇ ਪੱਖ ਵਿੱਚ ਭੁਗਤਦੇ ਨੇ, ਕਿਉਂਕਿ ਅਮੀਰ ਕਿਸਾਨੀ ਨੂੰ ਇਹਦੇ ਤੋਂ ਇਹਨਾਂ ਆਰਡੀਨੈਂਸ ਤੋਂ ਬਹੁਤ ਫਾਇਦਾ ਹੋਣ ਵਾਲਾ ਹੈ। ਕੇਂਦਰ ਸਰਕਾਰ ਦੇ ਉੱਤੇ ਅਡਾਨੀ ਦੇ ਅੰਬਾਨੀਆਂ ਦਾ ਪ੍ਰੈਸ਼ਰ ਹੈ, ਕਿਉਂਕਿ ਉਹ ਇੱਥੇ ਪੰਜਾਬ ਦੀ ਜ਼ਮੀਨ ਨੂੰ ਹੜਪਣਾ ਚਾਹੁੰਦੇ ਨੇ, ਪੰਜਾਬ ਦੇ ਕਿਸਾਨਾਂ ਨੂੰ ਉਹ ਮਜ਼ਦੂਰ ਬਣਾਉਣਾ ਚਾਹੁੰਦੇ ਨੇ। ਪਾਰਟੀਆਂ ਕਿਸਾਨਾਂ ਦੇ ਨਾਲ ਲੱਗਣੇ ਚਾਹੀਦੇ ਜਦੋਂ ਕੋਈ ਕਿਸਾਨ ਸਿਆਸੀ ਪਾਰਟੀਆਂ ਦੇ ਨਾਲ ਲੱਗੇ ਹੋਏ ਨੇ। ਸੀਗਾ ਕਿ ਵਿਦਿਆਰਥੀਆਂ ਦਾ, ਨੌਜਵਾਨਾਂ ਦਾ, ਕਿਸਾਨਾਂ ਦਾ, ਗਾਇਕਾਂ ਦਾ, ਸਿਆਸਤਦਾਨਾਂ ਦਾ, ਇਹ ਸਾਰੇ ਲੋਕ ਇਕੱਠੇ ਮਿਲ ਕੇ ਪੰਜਾਬ ਦੀ ਕਿਸਾਨੀ ਦੇ ਹੱਕ 'ਚ ਖੜੇ ਨੇ। ਇਹ ਇੱਕ ਬਹੁਤ ਹੀ ਸ਼ੁਭ ਸ਼ਗਨ ਮੈਂ ਕਹਿਣਾ ਮੰਨਿਆ ਜਾਂਦਾ ਹੈ। ਕਿਸਾਨ ਜਿਹੜੇ ਨੇ, ਮੈਨੂੰ ਲੱਗਦਾ ਕਿਸਾਨ ਨੇਤਾ ਨੂੰ ਸਮਝਣ ਦੀ ਲੋੜ ਹੈ ਕਿ ਜੇ ਕੋਈ ਇਦਾਂ ਦੀ ਪੋਲੀਟੀਸ਼ੀਅਨਸ ਜਿਹੜੇ ਨੇ ਕਰ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਜਵਾਬ ਦੇਣ ਦੀ ਲੋੜ ਹੈ। ਪਾਰਟੀਆਂ ਸਾਰੀਆਂ ਕਿਸਾਨਾਂ ਨੂੰ ਢਾਹ ਲਾ ਕੇ, ਕਿਸਾਨਾਂ ਦੀ ਆੜ ਦੇ ਵਿੱਚ ਮੁੱਦਾ ਕਿਸਾਨਾਂ ਦਾ ਗਰਮਾਇਆ ਹੋਇਆ ਨੂੰ ਢਾਹ ਲਾ ਕੇ ਸਿਆਸੀ ਰੋਟੀਆਂ ਸੇਕ ਰਹੇ ਨੇ। ਤੁਹਾਨੂੰ ਵੀ ਲੱਗਦਾ ਕਿ 2022 ਦੀਆਂ ਚੋਣਾਂ ਦੇ ਵਿੱਚ ਕੋਈ ਵੱਡਾ ਫੇਰਬਦਲ ਹੋਵੇਗਾ? ਪੋਲੀਟੀਕਲ ਪਾਰਟੀਆਂ ਦੀ ਜਿਹੜੀ ਅੱਖ ਹੈ ਉਹ 2022 ਦੀਆਂ ਚੋਣਾਂ ਤੇ ਹੈ। ਉਹਨਾਂ ਨੂੰ ਲੱਗਦਾ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਵੋਟ ਬੈਂਕ ਹੈ ਕਿਸਾਨੀ ਦਾ ਉਹਨੂੰ ਅਸੀਂ ਕੈਪਚਰ ਕਰੀਏ। ਪਾਰਟੀਆਂ ਪੰਜਾਬ ਦੇ ਨਾਲ, ਪੰਜਾਬ ਦੇ ਕਿਸਾਨਾਂ ਦੇ ਨਾਲ ਲੱਗ ਕੇ ਪੰਜਾਬ ਦੇ ਮਸਲਿਆਂ ਨੂੰ ਉਠਾਉਣਗੀਆਂ, ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਨੂੰ ਉਠਾਉਣਗੀਆਂ, ਤਾਂ ਹੋ ਸਕਦਾ ਕਿ ਕੋਈ ਨਾ ਕੋਈ ਉਹਦਾ ਨਵਾਂ ਰਸਤਾ ਮਿਲ ਜਾਏ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ, ਸਾਰਾ ਸਮਝ ਗਏ। ਬਿਲਕੁਲ ਬਿਲਕੁਲ। ਕਾਫਲਾ ਵੱਡਾ ਸੀ, ਗੱਡੀਆਂ ਜ਼ਿਆਦਾ ਸੀ, 35-35 40-40 ਲੱਖ ਦੀਆਂ ਗੱਡੀਆਂ ਸੀ। ਆਖਿਰ ਉਹ ਕਿਹੜੇ ਕਿਸਾਨ ਸੀ ਜੋ 35-35 40-40 ਲੱਖ ਦੀਆਂ ਗੱਡੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਕਾਫਲੇ ਸ਼ਾਮਲ ਸੀ? ਕਿਉਂਕਿ ਉਸ ਕਾਫਲੇ ਦੇ ਵਿੱਚ ਇੱਕ ਵੀ ਕਿਸਾਨੀ ਝੰਡਾ ਨਹੀਂ ਸੀ। ਲੋਕ ਜਿਹੜੇ ਨੇ ਉਹ ਇੱਕ ਦਿਖਾਵਾ ਕਰ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਕਿਸਾਨਾਂ ਦੇ ਨਾਅਰੇ ਵੀ ਲੱਗ ਰਹੇ ਨੇ ਕਿ ਸਾਡਾ ਇੱਕੋ ਹੀ ਨਾਰਾ ਹੈ ਕਿਸਾਨ ਪਿਆਰਾ ਜਿਹੜਾ ਹੈਗਾ। ਮੈਨੂੰ ਲੱਗਦਾ ਹੈ ਕਿ ਇਸ ਨੂੰ ਕਿਸਾਨਾਂ ਨੂੰ ਸਮਝ ਕੇ ਇਹਨਾਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਦੀ ਲੋੜ। ਇੱਕ ਜਿਹੜੀ ਅਮੀਰ ਕਿਸਾਨੀ ਹੈ ਪੰਜਾਬ ਦੀ, ਇਹਨਾਂ ਨੇ ਤਾਂ ਸਗੋਂ ਸਾਰਾ ਕੰਟਰੋਲ ਹੈ ਇਹਨਾਂ ਦਾ। ਸੋ ਜਿਹੜੀ ਪੰਜਾਬ ਦੀ ਮੱਧ ਵਰਗੀ ਕਿਸਾਨੀ ਹੈ, ਗਰੀਬ ਕਿਸਾਨੀ ਹੈ, ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦੇ ਭਵਿੱਖ ਖਤਰੇ 'ਚ ਹੈ, ਉਹਨਾਂ ਨੂੰ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਹਰੀਸ਼ ਰਾਵਤ ਨੇ ਵੀ ਕਿਹਾ ਕਿ ਜੋ ਨਵਜੋਤ ਸਿੱਧੂ ਨੇ ਹੁਣ ਕਾਂਗਰਸ ਦੇ ਨਾਲ ਚੱਲਣਗੇ। ਤੁਹਾਨੂੰ ਕੀ ਲੱਗਦਾ ਕਿ ਨਵਜੋਤ ਸਿੱਧੂ ਨੂੰ ਕੋਈ ਵੱਡਾ ਅਹੁਦਾ ਦੇ ਸਕਦੀ ਹੈ ਕਾਂਗਰਸ ਆਉਣ ਵਾਲੇ ਸਮੇਂ ਦੇ ਵਿੱਚ? ਸਿੱਧੂ ਸਾਹਿਬ ਦਾ ਔਰ ਕੈਪਟਨ ਸਾਹਿਬ ਦਾ ਜਿਹੜਾ 36 ਦਾ ਅੰਕੜਾ ਹੈ ਉਹ ਹੋਰ ਵਧੇਗਾ ਔਰ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਪਾੜ ਹੋਰ ਵਧੇਗਾ। ਔਰ ਕਾਂਗਰਸ ਤੋਂ ਜਿਉਂ-ਜਿਉਂ ਸਮਾਂ ਬੀਤੇਗਾ, ਕਾਂਗਰਸ ਤੋਂ ਇੱਕ ਵੱਡਾ ਜਿਹੜਾ ਵਰਗ ਹੈ, ਵੱਡਾ ਜਿਹੜੇ MLAs ਦਾ ਗਰੁੱਪ ਹੈ, ਉਹ ਟੁੱਟ ਕੇ ਵੱਖਰਾ ਹੋਏਗਾ। ਜਿੰਨੀ ਦੇਰ ਇਹ ਸੰਘਰਸ਼ ਆਪਣੇ ਅੰਜਾਮ ਤੱਕ ਨਹੀਂ ਪਹੁੰਚਦਾ, ਉਨੀ ਦੇਰ ਕਲਾਕਾਰਾਂ ਨੂੰ ਔਰ ਸਾਰੇ ਸਾਹਿਤਕਾਰਾਂ ਨੂੰ ਜਾਂ ਗੀਤਕਾਰਾਂ ਨੂੰ ਜਾਂ ਸੰਗੀਤਕਾਰਾਂ ਨੂੰ ਇਹ ਇੱਕ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਨੂੰ ਅੰਜਾਮ ਤੱਕ ਲੈ ਕੇ ਜਾਣ। ਸਵਾਗਤ ਹੈ D5 ਚੈਨਲ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ। ਮੈਂ ਇਮਰਾਨ ਖਾਨ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲ ਸੱਚੀ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿਸਾਨਾਂ ਦੀ, ਨੌਜਵਾਨਾਂ ਦੀ ਤੇ ਸਿਆਸਤਦਾਨਾਂ ਦੀ। ਇਸ ਪ੍ਰੋਗਰਾਮ ਦੇ ਵਿੱਚ ਕਿਸਾਨੀ ਮੁੱਦਾ ਬਾਖੂਬੀ ਦੇ ਨਾਲ ਤੁਹਾਡੇ ਤੱਕ ਪਹੁੰਚਾਵਾਂਗੇ ਕਿਉਂਕਿ ਕਿਸਾਨ ਅੱਜ ਸੜਕਾਂ ਤੇ ਬੈਠੇ ਨੇ। ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ, ਸਿਆਸੀ ਮਾਹਿਰ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ D5 'ਚ। ਸ਼ੁਕਰੀਆ ਇਮਰਾਨ ਜੀ। ਡਾਕਟਰ ਸਾਹਿਬ, ਕਿਸਾਨ ਸੜਕਾਂ ਤੇ ਨੇ, ਕਿਸਾਨਾਂ ਦੇ ਨਾਲ ਸਮਰਥਨ ਦੇ ਰਹੇ ਨੇ, ਕਲਾਕਾਰ ਵੀ ਨੇ, ਸਿਆਸਤਦਾਨ ਵੀ ਨੇ ਤੇ ਹੋਰ ਸਿਆਸੀ ਪਾਰਟੀਆਂ ਆਪਣੀ ਸਿਆਸੀ ਰੋਟੀਆਂ ਵੀ ਸੇਕ ਰਹੀਆਂ ਨੇ। ਚਲੋ ਵਧੀਆ ਗੱਲ ਆ ਕਿ ਪਾਰਟੀਆਂ ਉਹਨਾਂ ਦੇ ਨਾਲ ਲੱਗੇ ਨੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀਆਂ ਕਿਸਾਨਾਂ ਦੇ ਨਾਲ ਲੱਗਣੇ ਚਾਹੀਦੇ ਜਦੋਂ ਕੋਈ ਕਿਸਾਨ ਸਿਆਸੀ ਪਾਰਟੀਆਂ ਦੇ ਨਾਲ ਲੱਗੇ ਹੋਏ ਨੇ? ਇਮਰਾਨ ਜੀ, ਪਹਿਲਾਂ ਤਾਂ ਇਸ ਮਹੱਤਵਪੂਰਨ ਮੁੱਦੇ ਤੇ ਗੱਲਬਾਤ ਕਰਨ ਲਈ ਤੁਹਾਡਾ ਸ਼ੁਕਰੀਆ ਜੀ। ਧੰਨਵਾਦ। ਜਿਵੇਂ ਤੁਸੀਂ ਕਿਹਾ ਕਿ ਕਿਸਾਨ ਬਹੁਤ ਲੰਮੇ ਸਮੇਂ ਤੋਂ, ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਕਿਸਾਨੀ ਦਾ, ਤਾਂ ਕਿਸਾਨੀ ਨੇ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਮੂਵਮੈਂਟਸ ਲੜੀਆਂ ਨੇ। ਮੈਨੂੰ ਲੱਗਦਾ ਕਿ ਕੋਈ ਵੀ ਮੂਵਮੈਂਟ ਪੰਜਾਬ ਦੀ ਐਸੀ ਨਹੀਂ ਹੈ ਜਿਹਦੇ ਵਿੱਚ ਕਿਸਾਨੀ ਨੇ ਨਾ ਦਖਲ ਅੰਦਾਜ਼ੀ ਕੀਤੀ ਹੋਵੇ, ਚਾਹੇ ਉਹ ਆਜ਼ਾਦੀ ਦੀ ਮੂਵਮੈਂਟ ਸੀਗੀ, ਚਾਹੇ ਆਜ਼ਾਦੀ ਤੋਂ ਬਾਅਦ ਦੀਆਂ ਜਿਹੜੀਆਂ ਮੂਵਮੈਂਟਸ ਨੇ। ਔਰ ਇਹ ਬਹੁਤ ਇੱਕ ਵੱਡੀ ਘਟਨਾ ਵਾਪਰੀ ਹੈ। ਆਪਾਂ 1990 ਤੋਂ ਬਾਅਦ ਜਦੋਂ ਦੀਆਂ ਗਲੋਬਲਾਈਜੇਸ਼ਨ ਜਾਂ ਵਿਸ਼ਵੀਕਰਨ ਦੀਆਂ ਨੀਤੀਆਂ ਲਾਗੂ ਹੋਈਆਂ ਨੇ ਹਿੰਦੁਸਤਾਨ ਦੇ ਉੱਤੇ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਸਭ ਤੋਂ ਵੱਡੀ ਮੂਵਮੈਂਟ ਜਿਹੜੀ ਹੈਗੀ ਹੈ ਕਿਸਾਨੀ ਦੀ, ਉਹ ਲੜੀ ਜਾ ਰਹੀ ਹੈ, ਜਿਹਦੇ ਵਿੱਚ ਪੰਜਾਬ ਦਾ ਮੈਨੂੰ ਲੱਗਦਾ ਹਰ ਵਰਗ ਔਰ ਹਰ ਕਿੱਤੇ ਦੇ ਲੋਕ ਜਿਹੜੇ ਨੇ, ਚਾਹੇ ਤੁਸੀਂ ਇਸ਼ਾਰਾ ਕੀਤਾ ਸੀਗਾ ਕਿ ਵਿਦਿਆਰਥੀਆਂ ਦਾ, ਨੌਜਵਾਨਾਂ ਦਾ, ਕਿਸਾਨਾਂ ਦਾ, ਗਾਇਕਾਂ ਦਾ, ਸਿਆਸਤਦਾਨਾਂ ਦਾ, ਇਹ ਸਾਰੇ ਲੋਕ ਇਕੱਠੇ ਮਿਲ ਕੇ ਪੰਜਾਬ ਦੇ ਕਿਸਾਨੀ ਦੇ ਹੱਕ 'ਚ ਖੜੇ ਨੇ। ਇਹ ਇੱਕ ਬਹੁਤ ਹੀ ਸ਼ੁਭ ਸ਼ਗਨ ਮੈਂ ਕਹਿਣਾ ਮੰਨਿਆ ਜਾਂਦਾ ਹੈ। ਔਰ
ਜਿਹੜੀ ਮਾੜੀ ਗੱਲ ਹੋ ਰਹੀ ਹੈ, ਜਿਹੜਾ ਤੁਸੀਂ ਇਸ਼ਾਰਾ ਕੀਤਾ ਕਿ ਜਿਹੜੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ, ਜਿਹਦੇ ਵਿੱਚ ਅਕਾਲੀ ਦਲ, ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਲਗਭਗ 3 ਮਹੀਨੇ ਪਹਿਲਾਂ ਜਦੋਂ ਇਹ ਆਰਡੀਨੈਂਸ ਪਾਸ ਹੋਣੇ ਸੀਗੇ, ਕਾਨੂੰਨ ਬਣਾਉਣਾ ਸੀਗਾ, ਉਦੋਂ ਤੋਂ ਲੈ ਕੇ ਲਗਭਗ 3 ਮਹੀਨੇ ਅਕਾਲੀ ਦਲ ਨੇ ਲਗਾਤਾਰ ਰੌਲਾ ਪਾਇਆ ਕਿ ਇਹ ਜਿਹੜੇ ਆਰਡੀਨੈਂਸ ਨੇ ਇਹ ਤਾਂ ਹੈ ਹੀ ਕਿਸਾਨਾਂ ਦੇ ਪੱਖ 'ਚ, ਇਹ ਕਿਸਾਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕਰਨਗੇ, ਕਿਸਾਨਾਂ ਦੇ ਬਹੁਤ ਪੱਖ 'ਚ ਭੁਗਤਣਗੇ। ਸੋ ਲਗਾਤਾਰ ਉਹਨਾਂ ਨੇ ਇਹ ਜਿਹੜਾ ਪ੍ਰੋਪੇਗੰਡਾ ਕੀਤਾ। ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਵੇਗਾ ਕਿ ਵੱਡੇ ਬਾਦਲ ਸਾਹਿਬ, ਉਹਨਾਂ ਤੋਂ ਵੀ ਇੱਕ ਜਿਹੜੀ ਉਹਨਾਂ ਦੀ ਵੀਡੀਓ ਸਾਹਮਣੇ ਆਈ ਜਿਹਦੇ ਵਿੱਚ ਉਹ ਜ਼ੋਰ ਦੇ ਕੇ ਕਹਿ ਰਹੇ ਨੇ ਕਿ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨਾਂ ਦੇ ਪੱਖ 'ਚ ਨੇ, ਇਹਨਾਂ ਨੂੰ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹ ਇਹ ਭੜਕਾ ਰਹੀਆਂ ਨੇ ਕਿਸਾਨਾਂ ਨੂੰ। ਸੋ ਇਹ ਵੀ ਗੱਲਾਂ ਸਾਨੂੰ ਸੁਣਨ ਨੂੰ ਮਿਲੀਆਂ। ਇਸ ਤਰ੍ਹਾਂ ਕਾਂਗਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 17 ਦੇ ਵਿੱਚ ਜਦੋਂ ਇਹ ਆਰਡੀਨੈਂਸ ਜਦੋਂ ਇਹ ਆਪਣਾ ਪਾਸ ਹੋਣੇ ਸੀਗੇ ਜਾਂ ਇਸ ਤਰ੍ਹਾਂ ਦੇ ਆਰਡੀਨੈਂਸ ਲਿਆਉਣ ਦੀਆਂ ਅਫਵਾਹਾਂ ਜਿਹੜੀਆਂ ਸੀਗੀਆਂ ਉਹ ਆ ਰਹੀਆਂ ਸੀਗੀਆਂ, ਤਾਂ ਉਦੋਂ ਵੀ ਅਸੀਂ ਦੇਖਦੇ ਹਾਂ ਕਿ ਕਾਂਗਰਸ ਨੇ ਲਗਾਤਾਰ ਜਿਹੜੀ ਹੈਗੀ ਆ ਉਹਨਾਂ ਦੇ ਜਿਹੜੇ ਮੈਨੀਫੈਸਟੋ ਸੀਗੇ ਉਹਦੇ ਵਿੱਚ ਇਹ ਗੱਲਾਂ ਪਾਈਆਂ ਕਿ ਜਿਹੜੇ ਨੇ ਪ੍ਰਾਈਵੇਟਾਈਜੇਸ਼ਨ ਜਿਹੜੀ ਹੈਗੀ ਆ ਮੰਡੀਆਂ ਦੀ ਹੋਣੀ ਚਾਹੀਦੀ ਹੈ, ਇਦਾਂ ਦੀਆਂ ਗੱਲਾਂ ਵੀ ਆਈਆਂ। ਸੋ ਇਸੇ ਤਰ੍ਹਾਂ ਤੁਸੀਂ ਹੁਣ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੇ ਬਹੁਤ ਵੱਡਾ ਇੱਕ ਜਿਹੜਾ ਸੀਗਾ ਰੋਸ ਮਾਰਚ ਕੀਤਾ ਔਰ ਚੰਡੀਗੜ੍ਹ ਜਾ ਕੇ ਉਹ ਖਤਮ ਹੋਇਆ ਔਰ ਲਾਠੀ ਚਾਰਜ ਵੀ ਹੋਇਆ। ਇਦਾਂ ਦੇ ਮੈਨੂੰ ਇਹ ਲੱਗਦਾ ਕਿ ਜਿਹੜਾ ਤੁਸੀਂ ਇਸ਼ਾਰਾ ਕਰ ਰਹੇ ਹੋ ਇਹ ਬਿਲਕੁਲ ਸਹੀ ਗੱਲ ਹੈ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ ਇਹ ਬਹੁਤ ਲੰਮੇ ਅਰਸੇ ਤੋਂ ਬਾਅਦ ਸੜਕਾਂ ਤੇ ਆਇਆ ਔਰ ਅਸੀਂ ਦੇਖਦੇ ਹਾਂ ਕਿ ਜਿਹੜੀ ਕਿਸਾਨ ਦੀ ਜਦੋਂ ਅਸੀਂ ਗਿਣਤੀ ਕਰਦੇ ਹਾਂ ਜਾਂ ਉਹਨਾਂ ਦੇ ਹਾਲਾਤ ਦੇਖਦੇ ਹਾਂ ਤਾਂ ਉਹਦੇ ਵਿੱਚ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਕਈ ਵਰਗਾਂ ਦੇ ਵਿੱਚ ਵੰਡਿਆ ਹੋਇਆ, ਜਿਹਦੇ ਵਿੱਚ ਤੁਸੀਂ ਦੇਖੋਗੇ ਕਿ 1 ਤੋਂ ਲੈ ਕੇ 1.5 ਜਾਂ 2 ਏਕੜ ਤੱਕ ਦਾ ਜਿਹੜਾ ਕਿਸਾਨ ਹੈ ਉਹਦੀ ਗਿਣਤੀ 35-36% ਹੈ। ਇਸੇ ਤਰ੍ਹਾਂ 2.5 ਏਕੜ ਤੱਕ ਤੋਂ ਲੈ ਕੇ 5 ਏਕੜ ਤੱਕ ਉਹ ਵੀ ਲਗਭਗ 37% ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਦੇਖੋਗੇ 10 ਏਕੜ ਤੱਕ ਦੀ ਜਿਹੜੀ ਹੈਗੀ ਹੈ ਉਹ 12-13% ਹੈ, ਤਾਂ ਲਗਭਗ ਜਿਹੜਾ 85% ਪੰਜਾਬ ਦਾ ਕਿਸਾਨ ਹੈ ਉਹ ਬਹੁਤ ਜਿਹੜਾ ਹੈਗਾ ਮੱਧ ਵਰਗੀ ਜਿਹੜਾ ਕਿਸਾਨ ਆਪਾਂ ਕਹਿ ਸਕਦੇ ਹਾਂ, ਜਿਹੜਾ ਕਿ ਇਸ ਵੇਲੇ ਕਿਸਾਨ ਜਥੇਬੰਦੀਆਂ ਦੇ ਨਾਲ ਜੁੜ ਕੇ, ਜਿਹਨੂੰ ਆਪਾਂ ਕਹਿੰਦੇ 31 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ, ਬਹੁਤ ਇਹ ਵੀ ਬਹੁਤ ਵੱਡਾ ਇੱਕ ਸ਼ੁਭ ਸ਼ਗਨ ਆਪਾਂ ਕਹਿ ਸਕਦੇ ਹਾਂ। ਇਹ 31 ਜਥੇਬੰਦੀਆਂ ਦੇ ਅਧੀਨ ਜਿਹੜਾ ਹੈਗਾ ਸੜਕਾਂ ਤੇ ਆਇਆ, ਇਹ ਬਹੁਤ ਵੱਡੀ ਗੱਲ ਹੈ। ਇਸ ਤੋਂ ਇਲਾਵਾ ਜਿਹੜਾ ਤੁਸੀਂ ਉੱਪਰਲੀ ਕਿਸਾਨੀ ਹੈ, ਪੰਜਾਬ ਦੀ ਅਮੀਰ ਕਿਸਾਨੀ ਜਿਹਨੂੰ ਕਹਿੰਦੇ ਆ, ਔਰ ਇਹਦੇ ਵਿੱਚ ਲਗਭਗ 7% ਐਸੇ ਕਿਸਾਨ ਨੇ ਪੰਜਾਬ ਦੇ ਜਿਹਦੇ ਕੋਲੇ 100 ਏਕੜ ਤੋਂ ਲੈ ਕੇ 1000 ਏਕੜ ਤੱਕ ਜ਼ਮੀਨ ਹੈ ਔਰ ਉਹ ਜਿਹੜੇ ਨੇ ਪੂਰੀ ਦੀ ਪੂਰੀ ਸਿਆਸਤ ਨੂੰ ਵੀ ਕੰਟਰੋਲ ਕਰਦੇ ਆ ਔਰ ਵੱਖ-ਵੱਖ ਪਾਰਟੀਆਂ ਨੂੰ ਵੀ ਉਹ ਕੰਟਰੋਲ ਕਰ ਰਿਹਾ, ਜਿਹਦੇ ਵਿੱਚ ਅਕਾਲੀ ਦਲ ਵੀ ਸ਼ਾਮਲ ਹੈ, ਜਿਹਦੇ ਵਿੱਚ ਕਾਂਗਰਸ ਦੇ ਜਿਹੜੇ ਨੇ ਵੱਡੇ ਲੀਡਰ ਨੇ ਉਹ ਵੀ ਸ਼ਾਮਲ ਨੇ। ਸੋ ਇਹ ਸਾਰੀ ਜਿਹੜੀ ਕਿਸਾਨੀ ਹੈ ਇਹਨਾਂ ਨੂੰ ਤਾਂ ਆਪਾਂ ਜਦੋਂ ਅਸੀਂ ਬਰੀਕੀ ਨਾਲ ਇਹਨਾਂ ਆਰਡੀਨੈਂਸਾਂ ਨੂੰ ਦੇਖਾਂਗੇ ਤਾਂ ਇਹ ਜਿਹੜੇ ਆਰਡੀਨੈਂਸ ਨੇ ਇਹ ਅਮੀਰ ਕਿਸਾਨੀ ਦੇ ਪੱਖ ਵਿੱਚ ਭੁਗਤਦੇ ਨੇ, ਕਿਉਂਕਿ ਅਮੀਰ ਕਿਸਾਨੀ ਨੂੰ ਇਹਦੇ ਤੋਂ ਇਹਨਾਂ ਆਰਡੀਨੈਂਸ ਤੋਂ ਬਹੁਤ ਫਾਇਦਾ ਹੋਣ ਵਾਲਾ ਹੈ। ਪਰ ਜਿਹੜੀ ਗਰੀਬ ਕਿਸਾਨੀ ਹੈ, ਮੱਧ ਵਰਗੀ ਕਿਸਾਨੀ ਹੈ, ਜਿਹਦੇ ਵੱਲ ਮੈਂ ਇਸ਼ਾਰਾ ਕਰ ਰਿਹਾ, ਉਹ ਜੇ ਇਹ ਆਰਡੀਨੈਂਸ ਕਾਨੂੰਨ ਬਣ ਕੇ ਜਿਹੜੇ ਇਹ ਲਾਗੂ ਹੁੰਦੇ ਨੇ ਤਾਂ ਉਹ ਲਾਜ਼ਮੀ ਤੌਰ ਤੇ ਮਜ਼ਦੂਰਾਂ ਦੇ ਵਿੱਚ ਤਬਦੀਲ ਹੋਏਗੀ, ਉਹ ਆਪਣੇ ਖੇਤਾਂ ਦੇ ਵਿੱਚ ਹੀ ਜਿਹੜੀ ਹੈਗੀ ਹੈ ਮਜ਼ਦੂਰੀ ਕਰਨ ਲਈ ਜਿਹੜੀ ਹੈ ਮਜਬੂਰ ਹੋ ਜਾਏਗੀ। ਸੋ ਕਿਸਾਨ ਜਿਹੜਾ ਹੈਗਾ 21ਵੀਂ ਸਦੀ ਦਾ ਕਿਸਾਨ ਹੈ ਪੰਜਾਬ ਦਾ। ਸੋ ਇਹ ਨਾ ਸਮਝਿਆ ਜਾਵੇ, ਮੈਂ ਜ਼ਰੂਰ ਇਹ ਕਹਿਣਾ ਚਾਹਣਾ ਕਿ ਇਸ ਨੂੰ 20ਵੀਂ ਸਦੀ ਦੀ ਕਿਸਾਨੀ ਨਾ ਸਮਝਿਆ ਜਾਵੇ। ਅੱਜ ਦਾ ਕਿਸਾਨ ਪੰਜਾਬ ਦਾ ਖਾਸ ਤੌਰ ਤੇ ਚੇਤਨ ਕਿਸਾਨ ਹੈ ਔਰ ਉਹ ਜਿਹੜੀਆਂ ਸਿਆਸਤ ਦੀਆਂ ਕੂਟਨੀਤੀਆਂ ਨੇ, ਜਿਹੜੀਆਂ ਚਾਲਾਂ ਚੱਲ ਰਹੀਆਂ ਨੇ ਸਿਆਸਤਦਾਨ ਜਿਹਨਾਂ ਤੁਸੀਂ ਇਸ਼ਾਰਾ ਕਰ ਰਹੇ ਹੋ, ਉਹਨਾਂ ਕੂਟਨੀਤੀਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਇਸ ਚੱਕਰਵਿਊਹ ਵਿੱਚ ਫਸ ਕੇ ਆਪਣਾ ਜਿਹੜਾ ਇਹ ਵੱਡਾ ਸੰਘਰਸ਼ ਹੈ ਉਹਨੂੰ ਤਾਰ-ਪੀੜੋ ਕਰੇਗਾ। ਕਿਸਾਨ ਜਿਹੜੇ ਨੇ, ਮੈਨੂੰ ਲੱਗਦਾ ਕਿਸਾਨ ਨੇਤਾ ਨੂੰ ਸਮਝਣ ਦੀ ਲੋੜ ਹੈ ਕਿ ਜੇ ਕੋਈ ਇਦਾਂ ਦੀ ਪੋਲੀਟੀਸ਼ੀਅਨਸ ਜਿਹੜੇ ਨੇ ਕਰ ਰਹੇ ਨੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਜਵਾਬ ਦੇਣ ਦੀ ਲੋੜ ਹੈ ਔਰ ਉਹਨਾਂ ਦੇ ਇਹਨਾਂ ਬਹਿਕਾਵਿਆਂ ਤੋਂ ਜਾਂ ਉਹਨਾਂ ਦੇ ਜਿਹੜੇ ਸ਼ੜਯੰਤਰ ਨੇ ਉਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਔਰ ਪੰਜਾਬ ਦਾ ਕਿਸਾਨ ਸੁਚੇਤ ਹੋ ਕੇ ਨਿਕਲੇਗਾ ਔਰ ਆਪਣੀ ਜਿੱਤ ਪ੍ਰਾਪਤ ਕਰੇਗਾ। ਡਾਕਟਰ ਸਾਹਿਬ, ਭਾਜਪਾ ਵੱਲੋਂ ਇੱਕ ਰੈਲੀ ਕੱਢੀ ਜਾਂਦੀ ਹੈ ਚੰਡੀਗੜ੍ਹ ਵਿਖੇ ਤੇ ਨਾਲ ਹੀ ਐਲਾਨ ਕੀਤਾ ਜਾਂਦਾ ਕਿ ਇਹ ਰੈਲੀ ਜੋ 15 ਦਿਨਾਂ ਤੱਕ ਕੱਢੀ ਜਾਏਗੀ ਕਿ ਇਹ ਘਰ ਘਰ ਜਾ ਕੇ, ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਇਸ ਬਿੱਲਾਂ ਦੇ ਬਾਰੇ ਸਮਝਾਇਆ ਜਾਵੇਗਾ, ਪਰ ਉਹ ਰੈਲੀ ਸਿਰਫ ਇੱਕ ਦਿਨ ਹੀ ਚੱਲੀ। ਦੇਖੋ, ਜਿੱਥੋਂ ਤੱਕ ਭਾਜਪਾ ਦੀ ਗੱਲ ਹੈ, ਭਾਜਪਾ ਨੇ ਆਪਾਂ ਸਾਰੇ ਜਾਣਦੇ ਹਾਂ ਕਿ ਮੋਦੀ ਸਾਹਿਬ ਜਦੋਂ ਪਿਛਲੇ 6 ਸਾਲਾਂ ਤੋਂ ਉਹ ਸੈਂਟਰ ਦੇ ਵਿੱਚ ਸੱਤਾ ਉਹਨਾਂ ਦੀ ਆਈ ਹੈ ਤਾਂ ਤੁਸੀਂ ਲਗਾਤਾਰ ਦੇਖੋਗੇ ਕਿ ਵੱਖ-ਵੱਖ, ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਕਿ ਜਿੰਨੇ ਵੀ ਸਾਡੇ ਸੰਵਿਧਾਨ ਦੇ ਅਧਿਕਾਰ ਨੇ,
ਸਾਡੇ ਸੰਵਿਧਾਨ ਦੇ ਵਿੱਚ ਜੋ ਕਦਰਾਂ ਕੀਮਤਾਂ ਲਿਖੀਆਂ ਗਈਆਂ ਨੇ, ਖਾਸ ਤੌਰ ਤੇ ਸਟੇਟਾਂ ਨੂੰ ਇੰਡੀਪੈਂਡੈਂਟ ਬਣਾਉਣ ਲਈ, ਚਾਹੇ ਉਹ GST ਦਾ ਮਸਲਾ ਹੋਵੇ ਜਾਂ ਨੋਟਬੰਦੀ ਦਾ ਮਸਲਾ ਹੋਵੇ, ਜਿਹਦੇ ਨਾਲ ਮੈਨੂੰ ਲੱਗਦਾ ਕਿ ਜਿਹੜਾ ਸਟੇਟ ਦੇ ਅਧਿਕਾਰ ਸੀਗੇ, ਇਹਨਾਂ ਖੇਤੀ ਆਰਡੀਨੈਂਸਾਂ ਦੇ ਵਿੱਚ ਵੀ ਦੇਖੋਗੇ ਕਿ ਇਹ ਜਿਹੜਾ ਖੇਤੀ ਦਾ ਮਸਲਾ ਹੈ ਇਹ ਸਟੇਟ ਦੇ ਨਾਲ ਸੰਬੰਧਿਤ ਹੁੰਦਾ ਹੈ। ਪਰ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਆਪਣੀ ਸੈਂਟਰ ਦੇ ਰਾਹੀਂ ਇਸ ਮਸਲੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹਦੇ ਕਰਕੇ ਸਟੇਟ ਤੋਂ ਜਿਹੜੇ ਨੇ ਅਧਿਕਾਰ ਉਹ ਖੋਏ ਗਏ ਨੇ। ਇਸ ਕਰਕੇ ਤੁਸੀਂ ਦੇਖੋਗੇ ਕਿ ਪੰਜਾਬ ਦੇ, ਆਪਾਂ ਕਸ਼ਮੀਰ ਦੀ ਜਦੋਂ ਗੱਲ ਕਰਦੇ ਹਾਂ ਨਾਲ, ਕਸ਼ਮੀਰ ਦੇ ਵਿੱਚ ਵੀ ਇਦਾਂ 370 ਦੀ ਧਾਰਾ ਲੈ ਕੇ ਆਏ ਔਰ ਉਹਦੇ ਵਿੱਚ ਵੀ ਅਕਾਲੀ ਦਲ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ। ਸੋ ਬੀਜੇਪੀ ਇਸ ਵੇਲੇ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਦੀ ਜੋ ਜ਼ਮੀਨ ਖੁਰੀ ਹੈ, ਜਿਹੜਾ ਇਹਨਾਂ 3 ਆਰਡੀਨੈਂਸ ਦੇ ਨਾਲ ਆਪਾਂ ਸਾਰੇ ਜਾਣਦੇ ਹਾਂ ਕਿ ਸਾਰਾ ਜਿਹੜਾ ਵਿਰੋਧ ਸੀਗਾ ਕਿਸਾਨਾਂ ਦਾ ਉਹ ਬੀਜੇਪੀ ਵੱਲ ਹੋ ਗਿਆ। ਪਰ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਅਸੀਂ ਇਸ ਵੇਲੇ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਖੁਰ ਰਹੀ ਜ਼ਮੀਨ ਹੈ ਉਹਨੂੰ ਉਹ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਕਿਉਂਕਿ ਵਿਰੋਧ ਹੀ ਇੰਨਾ ਹੈ, ਲੋਕ ਇੰਨਾ ਲਗਾਤਾਰ ਵਿਰੋਧ ਕਰ ਰਹੇ ਨੇ, ਸੋ ਇਸ ਕਰਕੇ ਉਹ ਜਿਹੜੀ ਰੈਲੀ ਤੁਸੀਂ ਗੱਲ ਕਰ ਰਹੇ ਹੋ ਜਾਂ ਲੋਕ ਚੇਤਨਾ ਮਾਰਚ ਦੀ ਉਹ ਗੱਲਾਂ ਕਰਦੇ ਨੇ ਕਿ ਪਿੰਡਾਂ 'ਚ ਜਾਵਾਂਗੇ, ਉਹਨਾਂ ਨੂੰ ਉਹਨੇ ਪੋਸਟਪੋਨ ਫਿਲਹਾਲ ਕੀਤਾ ਹੈ ਕਿਉਂਕਿ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈ। ਡਾਕਟਰ ਸਾਹਿਬ, ਗੱਲ ਕਰਦੇ ਹਾਂ ਕਾਂਗਰਸ ਦੀ। ਪੰਜਾਬ ਦੌਰੇ ਤੇ ਆ ਰਹੇ ਨੇ ਰਾਹੁਲ ਗਾਂਧੀ ਤੇ ਗੱਲਾਂ ਉੱਠ ਰਹੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਜੋ ਮੁੜ ਕਾਂਗਰਸ ਦੇ ਵਿੱਚ ਆ ਸਕਦੇ ਨੇ, ਤੇ ਕਿਉਂਕਿ ਹਰੀਸ਼ ਰਾਵਤ ਨੇ ਵੀ ਕਿਹਾ ਕਿ ਜੋ ਨਵਜੋਤ ਸਿੱਧੂ ਨੇ ਹੁਣ ਕਾਂਗਰਸ ਦੇ ਨਾਲ ਚੱਲਣਗੇ। ਤੁਹਾਨੂੰ ਕੀ ਲੱਗਦਾ ਕਿ ਨਵਜੋਤ ਸਿੱਧੂ ਨੂੰ ਕੋਈ ਵੱਡਾ ਅਹੁਦਾ ਦੇ ਸਕਦੀ ਹੈ ਕਾਂਗਰਸ? ਦੇਖੋ, ਜਿੱਥੋਂ ਤੱਕ ਸਿੱਧੂ ਸਾਹਿਬ ਦਾ ਮਸਲਾ ਹੈ, ਤੁਸੀਂ ਇਹਨਾਂ ਦੀ ਜਿਹੜੀ ਪਿਛਲੇ ਦਿਨਾਂ ਦੇ ਦੌਰਾਨ ਜਿੰਨੀਆਂ ਵੀ ਕਾਰਵਾਈਆਂ ਹੋਈਆਂ ਸਿੱਧੂ ਸਾਹਿਬ ਦੀਆਂ, ਵਿਸ਼ੇਸ਼ ਤੌਰ ਤੇ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਸਿੱਧੂ ਸਾਹਿਬ ਵਾਹਿਦ ਇੱਕ ਐਸੇ ਮਿਨਿਸਟਰ ਸੀਗੇ ਜਿਨ੍ਹਾਂ ਨੂੰ ਲਗਾਤਾਰ ਕੈਪਟਨ ਦੀ ਜਿਹੜੀ ਕੋਟਰੀ ਹੈ, ਕੈਪਟਨ ਦਾ ਜਿਹੜਾ ਗਰੁੱਪ ਹੈ ਮੁੱਖ ਮੰਤਰੀ ਸਾਹਿਬ ਦਾ, ਉਹਨਾਂ ਨੇ ਲਗਾਤਾਰ ਉਹਨਾਂ ਨੂੰ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਸਿੱਧੂ ਸਾਹਿਬ ਅੱਗੇ ਆਉਂਦੇ ਨੇ ਤਾਂ ਕੱਲ ਨੂੰ ਹੋ ਸਕਦਾ ਕਿ ਮੁੱਖ ਮੰਤਰੀ ਦਾ ਚਿਹਰਾ ਉਹ ਬਣਨ। ਜਿਵੇਂ ਤੁਸੀਂ ਰਾਵਤ ਸਾਹਿਬ ਦੀ ਗੱਲ ਕੀਤੀ ਹੈ, ਰਾਵਤ ਸਾਹਿਬ ਹੋ ਸਕਦਾ ਕਿ ਇਸ ਗੱਲ ਨੂੰ ਸਮਝਦੇ ਨੇ, ਪਰ ਜਿੰਨੀ ਦੇਰ ਮੈਂ ਇੱਥੇ ਜਿਹੜੀ ਬਹੁਤ ਜ਼ੋਰ ਨਾਲ ਗੱਲ ਜਿਹੜੀ ਕਹਿਣੀ ਚਾਹੁੰਦਾ ਉਹ ਇਹ ਕਹਿਣੀ ਚਾਹੁੰਦਾ ਕਿ ਜਿੰਨੀ ਦੇਰ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਮੌਜੂਦ ਹੈ ਔਰ ਕਿਉਂਕਿ ਇਸ ਵੇਲੇ ਸੈਂਟਰ ਦੇ ਵਿੱਚ ਜਿਹੜੀ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੈ ਉਹ ਬਹੁਤ ਹਲਕੀ ਹੋ ਚੁੱਕੀ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਲਗਾਤਾਰ ਉਹ ਡਾਊਨਫਾਲ ਜਿਹੜਾ ਹੈਗਾ ਕਾਂਗਰਸ ਦਾ ਸੈਂਟਰ ਦੇ ਵਿੱਚ ਹੋ ਰਿਹਾ ਹੈ। ਸੋ ਇੱਕੋ ਇੱਕ ਜਿਹੜੀ ਸਟੇਟ ਉਹਨੂੰ ਲੱਗਦਾ ਹੈ ਕਿ ਜੇ ਇੱਥੇ ਵੀ ਅਸੀਂ ਕੋਈ ਆਪਣੀ ਮਨਮਾਨੀ ਕਰਾਂਗੇ, ਸੈਂਟਰ ਨੂੰ ਇਹ ਲੱਗਦਾ ਹੈ, ਸੈਂਟਰ ਜਿਹੜੀ ਉਹਨਾਂ ਦੀ ਕਾਂਗਰਸ ਦੀ ਸੱਤਾ ਹੈ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਇੱਥੇ ਛੇੜਛਾੜ ਕਰਾਂਗੇ ਤਾਂ ਇੱਥੇ ਕੋਈ ਗੜਬੜ ਪੈਦਾ ਹੋ ਸਕਦੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਹੈਗਾ ਰਾਵਤ ਹੋਰਾਂ ਦੀ ਗੱਲ ਜਿਹੜੀ ਹੈਗੀ ਉਹਨਾਂ ਦੇ ਵਿੱਚ ਹੋ ਸਕਦਾ ਕਿ ਮਾੜਾ ਮੋਟਾ ਉਹਨਾਂ ਨੂੰ ਅਹੁਦਾ ਦੇਣ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਪਿਛਲਾ ਉਹਨਾਂ ਨੇ ਅਹੁਦਾ ਛੱਡਿਆ ਸੀਗਾ ਹੋ ਸਕਦਾ ਉਹ ਅਹੁਦਾ ਉਹ ਉਹਨਾਂ ਨੂੰ ਆਫਰ ਕਰਨਗੇ, ਪਰ ਮੈਨੂੰ ਨਹੀਂ ਲੱਗਦਾ ਕਿ ਸਿੱਧੂ ਸਾਹਿਬ ਉਹ ਅਹੁਦਾ ਜਿਹੜਾ ਹੈਗਾ ਵਾਪਸ ਲੈਣਗੇ। ਸੋ ਜੇ ਇਹ ਗੱਲ ਨਹੀਂ ਸਿਰੇ ਚੜ੍ਹਦੀ ਤਾਂ ਲਾਜ਼ਮੀ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਧੂ ਸਾਹਿਬ ਦਾ ਔਰ ਕੈਪਟਨ ਸਾਹਿਬ ਦਾ ਜਿਹੜਾ 36 ਦਾ ਅੰਕੜਾ ਹੈ ਉਹ ਹੋਰ ਵਧੇਗਾ ਔਰ ਕਾਂਗਰਸ ਦੇ ਵਿੱਚ ਜਿਹੜਾ ਹੈਗਾ ਪਾੜ ਹੋਰ ਵਧੇਗਾ ਔਰ ਕਾਂਗਰਸ ਤੋਂ ਜਿਉਂ-ਜਿਉਂ ਸਮਾਂ ਬੀਤੇਗਾ ਕਾਂਗਰਸ ਤੋਂ ਇੱਕ ਵੱਡਾ ਜਿਹੜਾ ਵਰਗ ਹੈ, ਵੱਡਾ ਜਿਹੜੇ MLAs ਦਾ ਗਰੁੱਪ ਹੈ ਉਹ ਟੁੱਟ ਕੇ ਵੱਖਰਾ ਹੋਏਗਾ। ਡਾਕਟਰ ਸਾਹਿਬ, ਵੱਖ-ਵੱਖ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ, ਚਾਹੇ ਗੱਲ ਆਮ ਆਦਮੀ ਪਾਰਟੀ ਦੀ ਹੋਵੇ, ਚਾਹੇ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਹੋਵੇ ਜਾਂ ਬੈਂਸ ਪਾਰਟੀ ਦੀ ਹੋਵੇ ਜਾਂ ਫਿਰ ਕੋਈ ਹੋਰ ਪਾਰਟੀ ਹੋਵੇ, ਪਰ ਪਾਰਟੀਆਂ ਸਾਰੀਆਂ ਕਿਸਾਨਾਂ ਨੂੰ ਢਾਹ ਲਾ ਕੇ, ਕਿਸਾਨਾਂ ਦੀ ਆੜ ਦੇ ਵਿੱਚ ਮੁੱਦਾ ਕਿਸਾਨਾਂ ਦਾ ਗਰਮਾਇਆ ਹੋਇਆ ਉਹਨੂੰ ਢਾਹ ਲਾ ਕੇ ਸਿਆਸੀ ਰੋਟੀਆਂ ਸੇਕ ਰਹੇ ਨੇ। ਤੁਹਾਨੂੰ ਕੀ ਲੱਗਦਾ ਕਿ 2022 ਦੀਆਂ ਚੋਣਾਂ ਦੇ ਵਿੱਚ ਕੋਈ ਵੱਡਾ ਫੇਰਬਦਲ ਹੋਵੇਗਾ? ਦੇਖੋ, ਜਿੱਥੋਂ ਤੱਕ ਸਿਆਸੀ ਰੋਟੀਆਂ ਸੇਕਣ ਦੀ ਗੱਲ ਹੈ, ਕਿਉਂਕਿ ਸਿਆਸਤਦਾਨਾਂ ਨੇ ਤਾਂ ਸਿਆਸਤ ਹੀ ਕਰਨੀ ਹੈ। ਬਿਲਕੁਲ, ਜੇ ਆਪਾਂ ਕਹੀਏ ਕਿ ਸਿਆਸਤਦਾਨ ਘਰੇ ਬੈਠਣ ਸਿਆਸਤ ਨਾ ਕਰਨਗੇ ਉਹ ਫਿਰ ਕੀ ਕਰਨਗੇ? ਬਿਲਕੁਲ, ਸੋ ਉਹਨਾਂ ਨੇ ਸਿਆਸਤ ਹੀ ਕਰਨੀ ਹੈ ਔਰ ਸਿਆਸਤ ਉਹ ਕਰ ਰਹੇ ਨੇ ਆਪਣੀ। ਸੋ ਗੱਲ ਇਹ ਹੈ ਵੀ ਕੀ ਉਹ ਸਿਆਸਤ ਲੋਕਾਂ ਦੇ ਪੱਖ 'ਚ ਕਰ ਰਹੇ ਨੇ, ਪੰਜਾਬ ਦੇ ਪੱਖ 'ਚ ਕਰ ਰਹੇ ਨੇ, ਜਾਂ ਪੰਜਾਬ ਦੇ ਐਂਟੀ ਜਿਹੜੇ ਨੇ ਕਿਸਾਨ ਦੇ ਪੱਖ ਉਹਦੇ ਕਰ ਰਹੇ ਨੇ, ਜਾਂ ਅਸੀਂ ਇਹ ਸਾਰਾ ਉਹ ਵੇਖਣਾ ਹੈ, ਐਨਾਲਿਸਿਸ ਅਸੀਂ ਉਹ ਕਰਨਾ ਹੈ। ਸਿਆਸਤ ਕਰਨ, ਉਹ ਸਿਆਸਤ ਜੀ ਸਦਕੇ ਕਰਨ, ਵੱਖ-ਵੱਖ ਪਾਰਟੀਆਂ ਨੇ ਸਿਆਸਤ ਕਰਨੀ ਹੈ, ਪਰ ਕੀ ਪੰਜਾਬ ਇਸ ਵੇਲੇ ਜਿਸ ਮੁਕਾਮ ਤੇ ਪਹੁੰਚ ਚੁੱਕਿਆ ਹੈ, ਜਿਸ
ਸੰਕਟ ਦੇ ਵਿੱਚ ਘਿਰ ਚੁੱਕਿਆ ਹੈ, ਜਿਸ ਸੰਕਟ ਦੇ ਵਿੱਚ ਪੰਜਾਬ ਦੀ ਕਿਸਾਨੀ ਘਿਰ ਚੁੱਕੀ ਹੈ, ਕੀ ਉਸ ਨੂੰ ਬਾਹਰ ਕੱਢਣ ਲਈ ਉਸ ਸੰਕਟ ਚੋਂ ਕੀ ਇਹਨਾਂ ਕੋਲੇ ਕੋਈ ਹੱਲ ਹੈ ਸਿਆਸੀ ਪਾਰਟੀਆਂ ਕੋਲੇ, ਜਾਂ ਉਹਨਾਂ ਨੂੰ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਜਿਹੜਾ ਹੈਗਾ ਹੋਰ ਤੇਜ਼ ਕਰਕੇ ਸੈਂਟਰ ਦੇ ਉੱਤੇ ਪ੍ਰੈਸ਼ਰ ਬਣਾ ਕੇ ਇਹ ਜਿਹੜੇ ਆਰਡੀਨੈਂਸ ਨੇ ਕੀ ਉਹਨਾਂ ਨੂੰ ਵਾਪਸ ਲੈ ਜਾ ਸਕਦੇ ਨੇ ਜਾਂ ਕੋਈ ਨਵਾਂ ਆਰਡੀਨੈਂਸ ਜਾਰੀ ਕੀਤਾ ਜਾ ਸਕਦਾ ਹੈ। ਇਹਦੇ ਬਾਰੇ ਸੋਚਣ ਦੀ ਲੋੜ ਹੈ ਅੱਜ ਸਾਰੇ ਪੰਜਾਬੀਆਂ ਨੂੰ ਕਿ ਜੇ ਪੰਜਾਬ ਦੀ, ਕਿਉਂਕਿ ਪੰਜਾਬ ਦੇ ਕੋਲ ਇੱਕੋ ਇੱਕ ਹੈ ਕਿਸਾਨੀ ਹੈ, ਪੰਜਾਬ ਦੇ ਕੋਲ ਇੰਡਸਟਰੀ ਹੈ ਉਹ ਖਤਮ ਹੋ ਚੁੱਕੀ ਹੈ, ਪੰਜਾਬ ਦੀ ਜਿਹੜਾ ਸਰਵਿਸ ਸੈਕਟਰ ਹੈ ਉਹ ਕੋਈ ਬਹੁਤਾ ਡਿਵੈਲਪ ਨਹੀਂ ਹੋ ਸਕਿਆ। ਸੋ ਇਸ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਦਾ ਮਤਲਬ ਹੈ ਕਿ ਪੰਜਾਬ ਨੂੰ ਬਚਾਉਣਾ। ਸੋ ਜੇ ਇਹ ਪਾਰਟੀਆਂ ਜਿਹੜੀਆਂ ਤੁਸੀਂ ਇਸ਼ਾਰਾ ਕਰ ਰਹੇ ਹੋ, ਜੇ ਪਾਰਟੀਆਂ ਪੰਜਾਬ ਦੇ ਨਾਲ, ਪੰਜਾਬ ਦੇ ਕਿਸਾਨਾਂ ਦੇ ਨਾਲ ਲੱਗ ਕੇ ਪੰਜਾਬ ਦੇ ਮਸਲਿਆਂ ਨੂੰ ਉਠਾਉਣਗੀਆਂ, ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਨੂੰ ਉਠਾਉਣਗੀਆਂ, ਤਾਂ ਹੋ ਸਕਦਾ ਹੈ ਕਿ ਕੋਈ ਨਾ ਕੋਈ ਉਹਦਾ ਨਵਾਂ ਰਸਤਾ ਮਿਲ ਜਾਏ। ਪਰ ਜਿਵੇਂ ਤੁਸੀਂ ਇਸ਼ਾਰਾ ਕਰ ਰਹੇ ਹੋ ਕਿ ਕੁਝ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਅਲੱਗ ਤਰ੍ਹਾਂ ਦੇ ਨਾਲ ਉਹਨਾਂ ਨੂੰ ਅੱਗੇ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਉਹਨਾਂ ਦੇ ਪਿੱਛੇ ਲੱਗਣ ਦੀ ਬਜਾਏ ਕਿਸਾਨੀ ਦੇ ਉਹਨਾਂ ਨੂੰ ਕਿਸਾਨੀ ਨੂੰ ਪਿੱਛੇ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਤਾਂ ਇਹਦੇ ਨਾਲ ਪੰਜਾਬ ਦੀ ਕਿਸਾਨੀ ਦਾ, ਪੰਜਾਬ ਦੇ ਸੰਘਰਸ਼ ਦਾ, ਕਿਸਾਨੀ ਦੇ ਇਸ ਦਾ ਕਾਫੀ ਜਿਹੜਾ ਹੈਗਾ ਉਹਦਾ ਨੁਕਸਾਨ ਹੋ ਸਕਦਾ ਹੈ। ਇਹਦੇ ਤੋਂ ਸੁਚੇਤ ਹੋਣ ਦੀ ਲੋੜ ਹੈ। ਡਾਕਟਰ ਸਾਹਿਬ, ਕੱਲ ਕਾਫਲਾ, ਵੱਡੀ ਗੱਡੀਆਂ ਦਾ ਕਾਫਲਾ, ਹਜ਼ਾਰਾਂ ਦੀ ਗਿਣਤੀ 'ਚ ਗੱਡੀਆਂ ਸੀ, ਹਜ਼ਾਰਾਂ ਨੌਜਵਾਨ ਸੀ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹਾਂ, ਤੁਸੀਂ ਇਸ਼ਾਰਾ ਸਮਝ ਗਏ। ਬਿਲਕੁਲ ਕਾਫਲਾ ਵੱਡਾ ਸੀ, ਗੱਡੀਆਂ ਜ਼ਿਆਦਾ ਸੀ, 35-35 40-40 ਲੱਖ ਦੀਆਂ ਗੱਡੀਆਂ ਸੀ। ਆਖਿਰ ਉਹ ਕਿਹੜੇ ਕਿਸਾਨ ਸੀ ਜੋ 35-35 40-40 ਲੱਖ ਦੀਆਂ ਗੱਡੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਕਾਫਲੇ ਸ਼ਾਮਲ ਸੀ? ਕਿਉਂਕਿ ਉਸ ਕਾਫਲੇ ਦੇ ਵਿੱਚ ਇੱਕ ਵੀ ਕਿਸਾਨੀ ਝੰਡਾ ਨਹੀਂ ਸੀ ਕਿ ਪਾਰਟੀ ਦੇ ਝੰਡੇ ਸੀ। ਜੀ ਬਿਲਕੁਲ, ਮੈਂ ਇਸ਼ਾਰਾ ਕੀਤਾ ਸੀਗਾ, ਪਹਿਲਾਂ ਵੀ ਦੱਸਿਆ ਸੀ ਆਪਣੇ ਦਰਸ਼ਕਾਂ ਨੂੰ ਕਿ ਪੰਜਾਬ ਦੀ ਕਿਸਾਨੀ ਕਈ ਵਰਗਾਂ 'ਚ ਵੰਡੀ ਹੋਈ ਹੈ। ਜਿਹੜਾ ਇਸ ਵੇਲੇ ਅਕਾਲੀ ਦਲ ਜਿਹਦਾ ਤੁਸੀਂ ਇਸ਼ਾਰਾ ਕਰ ਰਹੇ ਹੋ ਕਿ ਜਿਹੜਾ ਗੱਡੀਆਂ 'ਚ ਬੈਠਾ, ਪਿਛਲੇ ਦਿਨਾਂ ਵਿੱਚ ਵੀ ਜਦੋਂ ਅਕਾਲੀ ਦਲ ਨੇ ਚੱਕਾ ਜਾਮ ਕੀਤਾ ਤਾਂ ਸੁਖਬੀਰ ਬਾਦਲ ਜੀ ਤੇ ਉਹਨਾਂ ਦੇ ਮਿਸਿਸ ਹਰਸਿਮਰਤ ਬਾਦਲ ਜੀ ਉਹ ਟਰੈਕਟਰ ਤੇ ਬੈਠ ਕੇ ਆਏ। ਇੱਕ ਪਾਸੇ ਉਹਨਾਂ ਨੇ ਕਿਹਾ ਅਸੀਂ ਚੱਕਾ ਜਾਮ ਕਰਾਂਗੇ, ਉਹ ਆਪ ਹੀ ਮਤਲਬ ਟਰੈਕਟਰ ਤੇ ਬੈਠੇ ਨੇ, ਪਰ ਉਹ ਵਾਪਸੀ ਕੀ ਹੋਇਆ ਕਿ ਵਾਪਸੀ ਤੇ ਜਦੋਂ ਗਏ ਉਹ ਆਪਣੀ ਵੱਡੀ ਕਾਰ ਦੇ ਵਿੱਚ ਗਏ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਵੱਡੀਆਂ ਕਾਰਾਂ ਵਾਲੇ ਪੰਜਾਬ 'ਚ ਨਵੇਂ ਆਏ ਜਿਹੜੇ ਆਪਾਂ ਨੂੰ ਦਿਖਾਈ ਦੇ ਰਹੇ ਨੇ ਕਿਸਾਨ, ਇਹ ਕਿਸਾਨ ਅਮੀਰ ਕਿਸਾਨੀ ਹੈ ਪੰਜਾਬ ਦੀ, ਜਿਨ੍ਹਾਂ ਨੂੰ ਇਹਨਾਂ ਬਿੱਲਾਂ ਨੇ ਬਹੁਤ ਮੁਨਾਫਾ ਦੇਣਾ ਹੈ, ਫਾਇਦਾ ਦੇਣਾ ਹੈ। ਉਹ ਤੋਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਵੋਟ ਬੈਂਕ ਲਈ ਇਹਨਾਂ ਨੂੰ ਵਰਤਾਂਗੇ ਕਿਸਾਨਾਂ ਨੂੰ, ਪਰ ਉਹਨਾਂ ਨੂੰ ਇਹ ਲੱਗਦਾ ਹੈ ਅੰਦਰ ਖਾਤੇ ਕਿ ਇਹ ਜਿਹੜੇ ਆਰਡੀਨੈਂਸ ਜਾਰੀ ਹੋਏ ਨੇ, ਕਾਨੂੰਨ ਬਣੇ ਨੇ, ਤਾਂ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦਾ ਉਹਨਾਂ ਨੂੰ ਲਾਭ ਹੋਣ ਵਾਲਾ ਹੈ। ਸੋ ਇਸ ਕਰਕੇ ਉਹ ਕਿਤੇ ਨਾ ਕਿਤੇ ਅੰਦਰ ਖਾਤੇ ਜਿਹੜੀ ਹੈਗੀ ਹੈ ਮੋਦੀ ਸਰਕਾਰ ਨਾਲ ਮਿਲ ਕੇ ਹੋ ਸਕਦਾ ਹੈ ਕਿ ਇਸ ਕਿਸਾਨੀ ਸੰਘਰਸ਼ ਨੂੰ ਉਹ ਲੀਹ ਤੋਂ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹੋਣ। ਸੋ ਲੀਹ ਤੋਂ ਉਤਾਰਨ ਦੀ ਜਿਹੜੀ ਯਤਨ ਨੇ ਅੰਦਰ ਖਾਤੇ, ਮੈਨੂੰ ਲੱਗਦਾ ਕਿ ਉਸ ਦੇ ਉਹਦਾ ਕਾਰਨ ਹੈ ਕਿ ਇਹ ਲੋਕ ਜਿਹੜੇ ਨੇ ਉਹ ਇੱਕ ਦਿਖਾਵਾ ਕਰ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਕਿਸਾਨਾਂ ਦੇ ਨਾਰੇ ਵੀ ਲੱਗ ਰਹੇ ਨੇ ਕਿ ਸਾਡਾ ਇੱਕੋ ਹੀ ਨਾਰਾ ਹੈ ਕਿਸਾਨ ਪਿਆਰਾ ਜਿਹੜਾ ਹੈਗਾ। ਮੈਨੂੰ ਲੱਗਦਾ ਹੈ ਕਿ ਇਸ ਨੂੰ ਕਿਸਾਨਾਂ ਨੂੰ ਸਮਝ ਕੇ ਇਹਨਾਂ ਦੇ ਬਹਿਕਾਵੇ ਵਿੱਚ ਨਹੀਂ ਆਉਣ ਦੀ ਲੋੜ। ਇੱਕ ਜਿਹੜੀ ਅਮੀਰ ਕਿਸਾਨੀ ਹੈ ਪੰਜਾਬ ਦੀ, ਇਹਨਾਂ ਨੇ ਤਾਂ ਸਗੋਂ ਸਾਰਾ ਕੰਟਰੋਲ ਹੈ ਇਹਨਾਂ ਦਾ। ਸੋ ਜਿਹੜੀ ਪੰਜਾਬ ਦੀ ਮੱਧ ਵਰਗੀ ਕਿਸਾਨੀ ਹੈ, ਗਰੀਬ ਕਿਸਾਨੀ ਹੈ, ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦੇ ਭਵਿੱਖ ਖਤਰੇ 'ਚ ਹੈ, ਉਹਨਾਂ ਨੂੰ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਆਪਾਂ ਗੱਲ ਕੀਤੀ ਆ ਕਿਸਾਨਾਂ ਦੀ, ਸਿਆਸਤਦਾਨਾਂ ਦੀ, ਨੌਜਵਾਨਾਂ ਦੀ, ਤੇ ਹੁਣ ਗੱਲ ਆਪਾਂ ਕਰਦੇ ਹਾਂ ਕਲਾਕਾਰਾਂ ਦੀ। ਕਲਾਕਾਰ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਜੁਟੇ ਹੋਏ ਨਜ਼ਰ ਆ ਰਹੇ ਨੇ। ਕਿਸਾਨਾਂ ਦੇ ਨਾਲ ਰੇਲਾਂ ਦੀਆਂ ਪਟੜੀਆਂ ਤੇ ਬੈਠੇ ਨੇ, ਧਰਨਿਆਂ ਤੇ ਬੈਠੇ ਨੇ। ਕਲਾਕਾਰ ਪੱਕੇ ਮੋਰਚੇ ਲਾ ਕੇ ਕਿਸਾਨਾਂ ਦੇ ਹੱਕ 'ਚ ਨਿੱਤਰੇ ਹੋਏ ਸਾਹਮਣੇ ਆ ਰਹੇ ਨੇ। ਇਮਰਾਨ ਜੀ, ਇਹ ਬਹੁਤ ਹੀ ਇੱਕ ਸ਼ੁਭ ਸ਼ਗਨ ਮੈਂ ਕਹਿ ਸਕਦਾ ਜੀ ਕਿ ਕਲਾਕਾਰ ਦਾ, ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਹੈ, ਕਲਾਕਾਰ ਦਾ ਇੱਕ ਫਰਜ਼ ਹੁੰਦਾ ਹੈ ਜੀ ਕਿ ਉਹ ਸਮਾਜ ਦੀ ਜੋ ਸੱਚਾਈ ਹੈ ਜੀ, ਜੋ ਯਥਾਰਥ ਹੈ ਸਮਾਜ ਦਾ ਜੀ, ਉਹਨੂੰ ਆਪਣੇ ਕਲਾ ਦੇ ਰਾਹੀਂ, ਆਪਣੀ ਗੀਤਕਾਰੀ ਦੇ ਰਾਹੀਂ ਜੀ, ਆਪਣੀ ਜੋ ਵੀ ਉਹ ਪੇਸ਼ ਕਰਨਾ ਚਾਹੁੰਦਾ ਹੈ ਉਹਦੇ ਰਾਹੀਂ ਉਹ ਸਮਾਜ ਦਾ ਸੱਚ ਜਿਹੜਾ ਹੈਗਾ ਜੀ ਸਾਹਮਣੇ ਲੈ ਕੇ ਆਏ ਜੀ। ਔਰ ਇਹਦੇ ਵਿੱਚ ਲੇਖਕ ਵੀ ਸ਼ਾਮਲ ਹੋਏ, ਇਹਦੇ ਵਿੱਚ ਗੀਤਕਾਰ ਵੀ ਸ਼ਾਮਲ ਹੋਏ, ਇਹਦੇ ਵਿੱਚ ਸੰਗੀਤਕਾਰ ਵੀ ਸ਼ਾਮਲ ਹੋਏ, ਇਹਦੇ ਵਿੱਚ ਗਾਇਕ ਵੀ ਸ਼ਾਮਲ ਹੋਏ। ਇੱਕ ਬਹੁਤ ਸ਼ੁਭ ਸ਼ਗਨ ਮੈਂ ਕਹਿਣਾ ਕਿ ਹੈਗਾ। ਪਰ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਇਮਰਾਨ ਜੀ ਕਿ ਸਾਡੇ ਜਿਹੜੇ ਗੀਤਕਾਰ ਜਾਂ ਸੰਗੀਤਕਾਰ ਜਾਂ ਗਾਇਕ ਨੇ ਉਹਨਾਂ ਨੂੰ ਲਗਾਤਾਰਤਾ ਦੇ ਨਾਲ ਇਸ ਮੂਵਮੈਂਟ ਦੇ ਵਿੱਚ, ਇਸ ਸੰਘਰਸ਼ ਦੇ ਵਿੱਚ ਪਹਿਰਾ ਦੇਣਾ ਪਏਗਾ। ਇਹ ਨਹੀਂ ਹੋਏਗਾ, ਇਹਨੇ ਹੋਣਾ ਵੀ ਨਹੀਂ ਚਾਹੀਦਾ ਕਿ ਇੱਕ ਦਿਨ ਆ ਕੇ ਉਹ ਇਹ ਸਮਝਣ ਕਿ ਸਾਡੀ ਜ਼ਿੰਮੇਵਾਰੀ ਪੂਰੀ ਹੋ ਗਈ। ਜਿੰਨੀ ਦੇਰ ਇਹ ਸੰਘਰਸ਼
ਆਪਣੇ ਅੰਜਾਮ ਤੱਕ ਨਹੀਂ ਪਹੁੰਚਦਾ, ਉਨੀ ਦੇਰ ਕਲਾਕਾਰਾਂ ਨੂੰ ਔਰ ਸਾਰੇ ਸਾਹਿਤਕਾਰਾਂ ਨੂੰ ਜਾਂ ਗੀਤਕਾਰਾਂ ਨੂੰ ਜਾਂ ਸੰਗੀਤਕਾਰਾਂ ਨੂੰ ਇਹ ਇੱਕ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਨੂੰ ਅੰਜਾਮ ਤੱਕ ਲੈ ਕੇ ਜਾਣ ਔਰ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਣ। ਮੈਂ ਇੱਥੇ ਇੱਕ ਐਗਜ਼ਾਮਪਲ ਜ਼ਰੂਰ ਦੇਣਾ ਚਾਹਾਂਗਾ। ਆਪਾਂ ਕਲਾਕਾਰਾਂ ਦੀ ਗੱਲ ਕਰ ਰਹੇ ਹਾਂ। 1945-46 ਦੇ ਵਿੱਚ ਇੱਕ ਪੂਰੀ ਦੁਨੀਆ ਦੇ ਵਿੱਚ ਔਰ ਇੱਕ ਫਿਰ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ ਇੱਕ ਮੂਵਮੈਂਟ, ਇਪਟਾ ਮੂਵਮੈਂਟ ਕਿਹਾ ਜਾਂਦਾ ਸੀ ਉਹਨੂੰ। ਔਰ ਇਪਟਾ ਮੂਵਮੈਂਟ ਦਾ ਕੀ ਕੰਮ ਸੀਗਾ ਕਿ ਉਹ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਉਹਨਾਂ ਨੂੰ ਚੇਤਨ ਕਰਦੀ ਸੀ, ਘਰੋਂ ਘਰ ਜਾਂਦੀ ਸੀ, ਪਿੰਡਾਂ 'ਚ ਜਾਂਦੀ ਸੀ, ਸ਼ਹਿਰਾਂ 'ਚ ਜਾਂਦੀ ਸੀ, ਬਸਤੀਆਂ 'ਚ ਜਾਂਦੀ ਸੀਗੀ। ਇਪਟਾ ਮੂਵਮੈਂਟ ਬਹੁਤ ਵੱਡੀ ਉਹਨੇ ਕਲਾਕਾਰ ਜਿਹੜੇ ਨੇ ਪੈਦਾ ਕੀਤੇ, ਜਿਹਦੇ ਵਿੱਚ ਸੁਰਿੰਦਰ ਕੌਰ ਦਾ ਨਾਮ ਆਪਣਾ ਬਹੁਤ ਮਾਣ ਨਾਲ ਲਿਆ ਜਾਂਦਾ ਹੈ। ਇੱਦਾਂ ਦੇ ਜਿਹੜੇ ਗੀਤਕਾਰ ਸੀਗੇ, ਸੰਗੀਤਕਾਰ ਸੀਗੇ, ਇੱਦਾਂ ਦੇ ਗਾਇਕ ਸੀਗੇ, ਉਹਨਾਂ ਨੇ ਇਹਨਾਂ ਮੂਵਮੈਂਟ ਦੇ ਵਿੱਚ ਭਾਗ ਲਿਆ ਔਰ ਹਿੰਦੁਸਤਾਨ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ। ਸੋ ਉਹੀ ਫਰਜ਼ ਜਿਹੜਾ ਹੈਗਾ ਅੱਜ, ਜੇ ਕਿਸਾਨਾਂ ਨੂੰ ਬਚਾਉਣਾ ਹੈ, ਪੰਜਾਬ ਨੂੰ ਬਚਾਉਣਾ ਹੈ, ਤਾਂ ਅੱਜ ਸਾਡੇ ਸਾਹਿਤਕਾਰਾਂ ਨੂੰ, ਸਾਡੇ ਗੀਤਕਾਰਾਂ ਨੂੰ, ਸਾਡੇ ਸੰਗੀਤਕਾਰਾਂ ਨੂੰ, ਸਾਡੇ ਗਾਇਕਾਂ ਨੂੰ ਅੱਜ ਇੱਕ ਮੁਕੱਦਸ ਫਰਜ਼ ਉਹਨਾਂ ਦਾ ਬਣਦਾ ਹੈ ਕਿ ਅਸੀਂ ਪੰਜਾਬ ਦੇ ਨਾਲ, ਪੰਜਾਬੀਆਂ ਦੇ ਨਾਲ, ਪੰਜਾਬ ਦੀ ਕਿਸਾਨੀ ਦੇ ਨਾਲ ਖੜੀਏ ਤੇ ਉਹਨਾਂ ਦੇ ਇਸ ਸੰਘਰਸ਼ ਨੂੰ, ਇਹ ਨਹੀਂ ਕਿ ਅਸੀਂ ਅੱਗੇ ਲੱਗੀਏ, ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਅਸੀਂ ਉਹਨਾਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੀਏ ਤੇ ਉਹਨਾਂ ਦੇ ਵਿੱਚ ਜੋ ਵੀ ਇਸ ਸੰਘਰਸ਼ ਦੇ ਵਿੱਚ ਅਸੀਂ ਤਿਲ ਫੁੱਲ ਪਾ ਸਕਦੇ ਹਾਂ ਉਹਨਾਂ ਨੂੰ ਪਾਈਏ ਔਰ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣਾ ਸਾਡਾ ਫਰਜ਼ ਬਣਦਾ ਹੈ। ਸਾਰੇ ਸਾਹਿਤਕਾਰਾਂ ਦਾ, ਮੇਰਾ ਵੀ, ਤੁਹਾਡਾ ਵੀ, ਆਪਣਾ ਸਾਰਿਆਂ ਦਾ ਇਸ ਵੇਲੇ, ਕਿਉਂਕਿ ਇੱਕ ਬਹੁਤ ਵੱਡੇ ਨਾਜ਼ੁਕ ਮੋੜ ਤੇ ਪੰਜਾਬ ਖੜਾ ਹੈ, ਸਾਨੂੰ ਇਹਦੇ ਵਿੱਚ ਆਪਣਾ ਤਿਲ ਫੁੱਲ ਜ਼ਰੂਰ ਪਾਉਣਾ ਚਾਹੀਦਾ ਹੈ। ਡਾਕਟਰ ਸਾਹਿਬ, ਤੁਸੀਂ ਦੇਖਿਆ, ਧਰਨਿਆਂ 'ਚ ਦੇਖਿਆ, ਸੜਕਾਂ ਤੇ ਦੇਖਿਆ, ਮੋਰਚੇ ਲਾਏ ਹੋਏ ਨੇ, ਵੱਡੀ ਗਿਣਤੀ ਦੇ ਵਿੱਚ ਨੌਜਵਾਨ ਨੇ ਜੀ। ਕਿਉਂਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬ ਆ ਜੋ ਇੱਕ ਉੜਤਾ ਪੰਜਾਬ ਬਣਿਆ ਹੋਇਆ ਜੀ, ਕਿ ਪੰਜਾਬ ਦੇ ਨੌਜਵਾਨ ਆ ਜੋ ਨਸ਼ੇ ਦੇ ਦਲਦਲ 'ਚ ਫਸੇ ਹੋਏ ਨੇ, ਨਸ਼ੇ ਦੇ ਵਗ ਰਹੇ 6ਵੇਂ ਦਰਿਆ 'ਚ ਗੋਤੇ ਲਗਾ ਰਹੇ ਨੇ। ਤੁਹਾਨੂੰ ਲੱਗਦਾ ਕਿ ਜੇ ਨਸ਼ੇ ਦੇ ਦਲਦਲ 'ਚ ਗੋਤੇ ਲਗਾ ਰਹੇ ਨੇ, ਨਸ਼ੇ ਦਲਦਲ 'ਚ ਫਸੇ ਨੌਜਵਾਨ, ਤਾਂ ਐਡੇ ਵੱਡੇ ਪੱਧਰ ਤੇ ਨੌਜਵਾਨਾਂ ਦਾ ਇਕੱਠ ਹੋਣਾ, ਪੂਰਾ ਦਿਨ, 3-3 4-4 ਦਿਨ ਹੋ ਚੁੱਕੇ ਉੱਥੇ ਬੈਠਣਾ, ਕਿ ਉਹ ਕਿਹੜੇ ਨੌਜਵਾਨ ਨੇ ਜਿਹੜੇ ਆਖਰ ਨਸ਼ੇ ਦਲਦਲ 'ਚ ਫਸੇ ਨੇ ਤੇ ਇਹ ਕਿਹੜੇ ਨੌਜਵਾਨ ਨੇ ਜੋ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ? ਹਾਂ ਇਮਰਾਨ ਜੀ, ਜਦੋਂ ਚੀਨ ਦੇ ਵਿੱਚ ਇਨਕਲਾਬ ਆਇਆ 1949 ਦੇ ਵਿੱਚ ਜੀ, ਤਾਂ ਚੀਨੀਆਂ ਨੂੰ ਇਹ ਕਿਹਾ ਜਾਂਦਾ ਸੀਗਾ ਕਿ ਇਹ ਤਾਂ ਅਫੀਮ ਚੀਨੀ ਤਾਂ ਨਸ਼ਾ ਕਰਦੇ ਨੇ, ਜਿਵੇਂ ਸਾਡੇ ਦੋਸ਼ ਲੱਗਿਆ ਸੀਗਾ ਕਿ ਉੜਤਾ ਪੰਜਾਬ ਹੈ ਤਾਂ ਨਸ਼ੇ ਕਰਦੇ ਨੇ, ਚਿੱਟਾ ਬਹੁਤ ਇੱਥੇ ਚੱਲਦਾ ਹੈ। ਬਿਲਕੁਲ। ਤਾਂ ਇਸੇ ਤਰ੍ਹਾਂ ਦਾ ਚੀਨ ਦੇ ਵਿੱਚ ਜਿਹੜਾ ਸੀਗਾ ਚੀਨੀਆਂ ਦੇ ਉੱਤੇ ਦੋਸ਼ ਲੱਗਦਾ ਸੀਗਾ ਇਹ ਅਫੀਮ ਖਾ ਕੇ ਸੁੱਤੇ ਰਹਿੰਦੇ ਨੇ ਔਰ ਨਸ਼ੇ ਦੇ ਵਿੱਚ ਇਹ ਜਿਹੜੇ ਨੇ ਉਹ ਪਾਗਲ ਹੋਏ ਹੋਏ ਆ। ਸੋ ਉਹਨਾਂ ਚੀਨੀਆਂ ਨੇ 1949 ਦੇ ਵਿੱਚ ਪੂਰੇ ਦੁਨੀਆ ਨੂੰ ਹਿਲਾ ਕੇ ਰੱਖਤਾ ਔਰ ਇਨਕਲਾਬ ਲੈ ਕੇ ਆਏ ਉਹਨਾਂ ਦੇ ਨੌਜਵਾਨ। ਸੋ ਇਸੇ ਕਰਕੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹਨੂੰ ਸਿਰਫ ਇਹ ਨਾ ਕਿਹਾ ਜਾਵੇ ਕਿ ਤਾਂ ਨਸ਼ੇ ਕਰਦਾ ਹੈ। ਹਾਂ, ਨਸ਼ੇ ਇਹਨਾਂ ਨੇ ਲਗਾਏ ਨੇ, ਨਸ਼ੇ ਆਪਾਂ ਜਾਣਦੇ ਹਾਂ ਕਿ ਜਿਹੜੇ ਵੱਡੇ ਮਗਰਮੱਛ ਨੇ ਜਿਨ੍ਹਾਂ ਨੇ ਮੁਨਾਫਾ ਕਮਾਇਆ ਹੈ ਉਹਨਾਂ ਨੇ ਨਸ਼ੇ ਵੀ ਲਗਾਏ ਨੇ ਔਰ ਨਸ਼ਿਆਂ ਕਰਕੇ ਸਾਡਾ ਨੌਜਵਾਨ ਜਿਹੜਾ ਹੈਗਾ ਬਹੁਤ ਸਾਰਾ ਮਰਿਆ ਵੀ ਹੈ ਟੀਕੇ ਲਾ ਕੇ, ਓਵਰਡੋਜ਼ ਦੇ ਰਾਹੀਂ, ਅਸੀਂ ਸਾਰੇ ਜਾਣਦੇ ਹਾਂ। ਪਰ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ 21ਵੀਂ ਸਦੀ ਦਾ ਨੌਜਵਾਨ ਹੈ, ਉਹ ਆਪਣੀ ਜਿਹੜੀ ਹੈਗੀ ਹੈ ਮਾੜੀ ਚੰਗੀ ਆਪ ਸਮਝਦਾ ਹੈ ਔਰ ਜਦੋਂ ਉਹਨੂੰ ਲੋੜ ਪੈਂਦੀ ਹੈ, ਕਿਉਂਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਇਦਾਂ ਦੇ ਜਿਹੜੇ ਨੌਜਵਾਨ ਨੇ, ਹੁਣ ਮੈਂ ਜਦੋਂ ਆਪਾਂ ਗੱਲ ਕਰਦੇ ਹਾਂ ਕਰਤਾਰ ਸਿੰਘ ਸਰਾਭਾ ਜੀ ਦੀ ਕਿੰਨੀ ਕੁ ਉਮਰ ਸੀ? 19.5 ਸਾਲ ਦੀ ਉਮਰ ਦੇ ਵਿੱਚ ਉਹ ਫਾਂਸੀ ਲੱਗ ਗਏ। ਇਸੇ ਤਰ੍ਹਾਂ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਫਾਂਸੀ ਲੱਗੇ। ਸੋ ਸਾਡਾ ਇਹ ਪਵਿੱਤਰ ਜਿਹੜੀ ਧਰਤੀ ਹੈ ਪੰਜਾਬ ਦੀ, ਇਸ ਗੱਲ ਦੀ ਗਵਾਹ ਹੈ ਕਿ ਪੰਜਾਬ ਦੇ ਨੌਜਵਾਨਾਂ ਨੇ ਹਮੇਸ਼ਾ ਅੱਗੇ ਆ ਕੇ ਜਿਹੜੇ ਵੀ ਮੂਵਮੈਂਟ ਇੱਥੇ ਪੈਦਾ ਹੋਈ ਹੈ ਉਹਦੇ ਵਿੱਚ ਅਗਵਾਈ ਕੀਤੀ ਹੈ ਔਰ ਅੱਜ ਵੀ ਜੇ ਮੂਵਮੈਂਟ ਪੰਜਾਬ ਦੇ ਵਿੱਚ ਕਿਸਾਨਾਂ ਦੀ ਉੱਠਦੀ ਹੈ ਤਾਂ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਜਿਹਨੂੰ ਕਿਹਾ ਗਿਆ ਸੀਗਾ ਕਿ ਇਹ ਨਸ਼ੇ ਪੱਤੇ ਕਰਦਾ ਹੈ ਔਰ ਇਹ ਕਿਸੇ ਕੰਮ ਦਾ ਨਹੀਂ ਹੈ, ਇਹੀ ਨੌਜਵਾਨ ਅੱਜ ਪੰਜਾਬ ਦੇ ਇਸ ਵੱਡੇ ਸੰਘਰਸ਼ ਦੀ ਅਗਵਾਈ ਕਰ ਰਿਹਾ ਹੈ ਔਰ ਆਪਣਾ ਜਿਹੜਾ ਹੈਗਾ ਤਨ ਮਨ ਧਨ ਦੇ ਨਾਲ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਿਹਾ ਹੈ। ਇੱਕ ਬਹੁਤ ਹੀ ਸ਼ੁਭ ਸ਼ਗਨ ਕਹਿ ਸਕਦੇ ਹਾਂ। ਡਾਕਟਰ ਸਾਹਿਬ, ਕਿਸਾਨਾਂ ਦੇ ਵੱਲੋਂ ਰਿਲਾਇੰਸ ਦੇ ਪੈਟਰੋਲ ਪੰਪ ਬੰਦ ਕਰ ਦਿੱਤੇ, ਟੋਲ ਪਲਾਜ਼ਾ ਬੰਦ ਕਰਤਾ, ਚੰਨੋ ਭਵਾਨੀਗੜ੍ਹ ਦਾ ਟੋਲ ਪਲਾਜ਼ਾ ਬੰਦ ਕੀਤਾ, ਅੱਜ ਧਰੇੜੀ ਜੱਟਾਂ ਟੋਲ ਪਲਾਜ਼ਾ ਬੰਦ ਕੀਤਾ, ਰਿਲਾਇੰਸ ਦੇ ਜੋ ਮੌਲ ਹੈ ਬੰਦ ਕਰਤੇ। ਤੁਹਾਨੂੰ ਕੀ ਲੱਗਦਾ ਇਹ ਤਾਂ ਇੱਕ ਉਹ ਗੱਲ ਹੋ ਗਈ ਕਿ ਸਮੁੰਦਰ ਦੇ ਵਿੱਚੋਂ ਇੱਕ ਬਾਲਟੀ ਕੱਢ ਲਈ ਕਿ ਸਮੁੰਦਰ ਨੂੰ ਕਿੰਨਾ ਕੁ ਫਰਕ ਪਊਗਾ? ਕੀ ਲੱਗਦਾ ਇਹਦਾ ਸੇਕ ਆ ਕੇਂਦਰ ਤੱਕ ਪਹੁੰਚੇਗਾ?
ਇਮਰਾਨ ਜੀ, ਜਦੋਂ ਇਦਾਂ ਦੀਆਂ ਮੂਵਮੈਂਟਸ ਹੁੰਦੀਆਂ ਨੇ, ਆਪਾਂ ਜਦੋਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰਦੇ ਆ ਤਾਂ ਉਸ ਵੇਲੇ ਚਾਹੇ ਮਹਾਤਮਾ ਗਾਂਧੀ ਜੀ ਹੋਣ, ਉਹਨਾਂ ਨੇ ਵੀ ਕਿਹਾ ਸੀਗਾ ਕਿ ਜਿਹੜਾ ਇਹਨਾਂ ਦੇ ਸਮਾਨ ਦਾ ਬਾਈਕਾਟ ਕਰੋ। ਜਿਹੜੇ ਉਸ ਵੇਲੇ ਅੰਗਰੇਜ਼ ਸਾਮਰਾਜ ਸੀਗੇ, ਉਹਨਾਂ ਦੇ ਜਿਹੜੇ ਸੀਗੇ ਕੱਪੜੇ ਜਾਂ ਹੋਰ ਜਿਹੜਾ ਸਮਾਨ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਇਹਦਾ ਬਾਈਕਾਟ ਅਸੀਂ ਕਰਾਂਗੇ। ਇਸੇ ਤਰ੍ਹਾਂ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਆ, ਪੰਜਾਬ ਦੇ ਵਿੱਚ ਕੂਕਾ ਮੂਵਮੈਂਟ ਚੱਲੀ, ਨਾਮਧਾਰੀ ਮੂਵਮੈਂਟ ਜਿਹਨੂੰ ਕਿਹਾ ਗਿਆ, ਉਹਨਾਂ ਨੇ ਵੀ ਜਿਹੜੇ ਸਾਮਰਾਜੀ ਸਮਾਨ ਦਾ, ਇਹ ਉਹਨਾਂ ਦੇ ਸਾਰੀ ਚੀਜ਼ ਦਾ, ਉਹਨਾਂ ਦੇ ਦਫ਼ਤਰਾਂ ਦਾ ਬਾਈਕਾਟ ਕੀਤਾ ਸੀਗਾ। ਇਹ ਜਿਹੜੇ ਮੂਵਮੈਂਟਸ ਹੁੰਦੀਆਂ ਨੇ ਇਦਾਂ ਦੀਆਂ, ਇਹ ਸਿੰਬੋਲਿਕ ਹੁੰਦੀਆਂ ਨੇ, ਇੱਕ ਚਿੰਨ੍ਹਾਤਮਕ ਹੁੰਦੀਆਂ ਨੇ। ਇਹਦਾ ਮਤਲਬ ਇਹ ਹੁੰਦਾ ਕਿ ਅਸੀਂ ਉਸ ਸਿਸਟਮ ਨੂੰ, ਜਿਹੜਾ ਸਿਸਟਮ ਕਾਰਪੋਰੇਟ ਜਿਹੜੇ ਨੇ, ਜਿਹਦੇ ਵਿੱਚ ਰਿਲਾਇੰਸ, ਅਡਾਨੀ ਜਿਹੜੇ ਨੇ, ਇਹ ਸਾਰੇ ਜਿਹੜੇ ਨੇ, ਉਹਨਾਂ ਦੇ ਅਸੀਂ ਇੱਕ ਸਿੰਬਲ ਦੇ ਤੌਰ ਤੇ ਉਹਨਾਂ ਨੂੰ ਅਸੀਂ ਬਾਈਕਾਟ ਕਰਾਂਗੇ ਔਰ ਉਹਨਾਂ ਨੂੰ ਅਸੀਂ ਨਹੀਂ ਮੰਨਾਂਗੇ। ਇਸੇ ਤਰ੍ਹਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਜਿਹੜੇ ਕੇਂਦਰ ਦੇ ਸਰਕਾਰ ਜਿਸ ਪ੍ਰੈਸ਼ਰ ਦੇ ਰਾਹੀਂ, ਜਿਸ ਪ੍ਰੈਸ਼ਰ ਕੀ ਹੈ ਇਸ ਵੇਲੇ ਕੇਂਦਰ ਸਰਕਾਰ ਦੇ ਉੱਤੇ, ਅਡਾਨੀ ਤੇ ਅੰਬਾਨੀਆਂ ਦਾ ਪ੍ਰੈਸ਼ਰ ਹੈ, ਕਿਉਂਕਿ ਉਹ ਇੱਥੇ ਪੰਜਾਬ ਦੀ ਜ਼ਮੀਨ ਨੂੰ ਹੜਪਣਾ ਚਾਹੁੰਦੇ ਨੇ, ਪੰਜਾਬ ਦੇ ਕਿਸਾਨਾਂ ਨੂੰ ਉਹ ਮਜ਼ਦੂਰ ਬਣਾਉਣਾ ਚਾਹੁੰਦੇ ਨੇ। ਉਸ ਪ੍ਰੈਸ਼ਰ ਦੇ ਰਾਹੀਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਨੇ, ਇੱਕ ਸਿੰਬਲ ਦੇ ਤੌਰ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ। ਇਹਦਾ ਮਤਲਬ ਇਹੀ ਹੈ ਕਿ ਇੱਕ ਲੋਕਾਂ ਨੂੰ ਜਾਂ ਲੋਕਾਂ ਦੇ ਵਿੱਚ ਇੱਕ ਚੇਤਨਾ ਪੈਦਾ ਕਰਨੀ ਕਿ ਅਸੀਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ, ਬੇਸ਼ੱਕ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਜਿਵੇਂ ਤੁਸੀਂ ਕਿਹਾ ਕਿ ਹੋ ਸਕਦਾ ਕਿ ਇਹਨਾਂ ਦੇ ਨਾਲ ਉਹਨਾਂ ਨੂੰ ਕੋਈ ਫਰਕ ਨਾ ਪਵੇ ਉਹਨਾਂ ਦੇ ਪੈਸੇ ਦੇ ਵਿੱਚ, ਪਰ ਇੱਕ ਸਿੰਬਲ ਦੇ ਤੌਰ ਤੇ ਇਹ ਲੜਿਆ ਜਾਏਗਾ, ਇਹ ਦੱਸਿਆ ਜਾਏਗਾ, ਇਤਿਹਾਸ ਦੇ ਵਿੱਚ ਇਹ ਦੱਸਿਆ ਜਾਏਗਾ ਕਿ ਸਾਡੇ ਕਿਸਾਨਾਂ ਨੇ ਉਸ ਵੇਲੇ, ਉਸ ਦਿਨ, ਉਸ ਤਰੀਕ ਨੂੰ ਇਹ ਗੱਲ ਕਹੀ ਸੀਗੀ ਕਿ ਅਸੀਂ, ਜਿਵੇਂ ਅੱਜ ਆਪਾਂ ਬਾਬਾ ਰਾਮ ਸਿੰਘ ਨੂੰ ਯਾਦ ਕਰਦੇ ਹਾਂ, ਕੁੱਕਾ ਲਹਿਰ ਨੂੰ ਯਾਦ ਕਰਦੇ ਹਾਂ, ਮਹਾਤਮਾ ਗਾਂਧੀ ਨੂੰ ਯਾਦ ਕਰਦੇ ਹਾਂ, ਤੇ ਇਸੇ ਤਰ੍ਹਾਂ ਅਸੀਂ ਇਹੀ ਗੱਲਾਂ ਜਿਹੜੀਆਂ ਨੇ ਸਾਡੇ ਇਤਿਹਾਸ ਦਾ ਇੱਕ ਹਿੱਸਾ ਬਣ ਗਈਆਂ ਕਿ ਇਹਨਾਂ ਨੇ, ਪੰਜਾਬੀਆਂ ਨੇ ਆਪਣੇ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਨੇ, ਜਿਹੜਾ ਕਾਰਪੋਰੇਟ ਹੈ, ਜਿਨ੍ਹਾਂ ਨੇ ਸਾਰਾ ਕੰਟਰੋਲ ਕਰ ਲਿਆ ਪੰਜਾਬ ਨੂੰ, ਉਹਨਾਂ ਦੇ ਵਿਰੋਧ ਦੇ ਵਿੱਚ ਇਹ ਵੱਡਾ ਸੰਘਰਸ਼ ਜਿਹੜਾ ਸੀ ਲੜਿਆ ਸੀਗਾ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਉੱਤੇ ਕਬਜ਼ੇ ਕੀਤੇ ਔਰ ਟੋਲ ਪਲਾਜ਼ਾ ਨੂੰ ਜਾਂ ਹੋਰ ਜਿਹੜੀਆਂ ਉਹਨਾਂ ਦੇ ਜਿਹੜੇ ਪੈਟਰੋਲ ਪੰਪਾਂ ਨੂੰ ਉਹਨਾਂ ਨੇ ਵਿਰੋਧ ਕਰਕੇ ਉਹਨਾਂ ਨੂੰ ਬੰਦ ਕਰਾਇਆ ਜਾਂ ਉੱਥੋਂ ਆਪਣਾ ਪੈਟਰੋਲ ਜਿਹੜਾ ਪਵਾਉਣਾ ਘੱਟ ਕੀਤਾ। ਸੋ ਇਹ ਸਾਰੇ ਇੱਕ ਸਿੰਬੋਲਿਕ ਤੌਰ ਤੇ ਯਾਦ ਕੀਤੇ ਜਾਣਗੇ, ਇਹੀ ਇਹਨਾਂ ਦਾ ਮਕਸਦ ਹੈ। ਡਾਕਟਰ ਸਾਹਿਬ, ਪਾਰਟੀਆਂ ਅਲੱਗ-ਅਲੱਗ ਹੋ ਕੇ ਧਰਨੇ ਦੇ ਰਹੇ ਨੇ, ਕਿਸਾਨਾਂ ਦੇ ਨਾਲ ਖੜੇ ਨੇ, ਕਹਿ ਰਹੇ ਨੇ, ਬੇਸ਼ੱਕ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਹੈ, ਪਰ ਅਲੱਗ-ਅਲੱਗ ਕਿਉਂ? ਕੀ ਲੋੜ ਨਹੀਂ ਹੈ ਸਾਰੇ ਇਕਜੁੱਟ ਹੋ ਕੇ? ਕਿਉਂਕਿ ਜੇ ਕਿਹਾ ਜਾਂਦਾ ਕਿ ਮੁੱਦਾ ਕਿਸਾਨੀ ਦਾ, ਪੰਜਾਬ ਦਾ ਕਿਸਾਨ ਆ, ਸਭ ਦਾ ਇੱਕ ਸਾਂਝਾ ਮੁੱਦਾ, ਫਿਰ ਵੱਖ-ਵੱਖ ਕਿਉਂ? ਇਮਰਾਨ ਜੀ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਦੀ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਅੱਖ ਹੈ ਉਹ 2022 ਦੀਆਂ ਚੋਣਾਂ ਤੇ ਹੈ। ਉਹਨਾਂ ਨੂੰ ਲੱਗਦਾ ਹੈ ਕਿ ਕਿਵੇਂ ਨਾ ਕਿਵੇਂ ਜਿਹੜਾ ਵੋਟ ਬੈਂਕ ਹੈ ਕਿਸਾਨੀ ਦਾ, ਉਹਨੂੰ ਅਸੀਂ ਕੈਪਚਰ ਕਰੀਏ ਔਰ ਉਹਨਾਂ ਦੇ ਅਸੀਂ ਉਤੋਂ ਚਾਹੇ ਮਤਲਬ ਇਹ ਕਹੀਏ ਕਿ ਅਸੀਂ ਤਾਂ ਬਹੁਤ ਹਮਦਰਦਾਂ, ਅਸੀਂ ਤਾਂ ਕਿਸਾਨਾਂ ਦਾ ਬਹੁਤ ਭਲਾ ਚਾਹੁੰਦੇ ਹਾਂ, ਪਰ ਅਸੀਂ ਜਦੋਂ ਅਸੀਂ ਬਰੀਕੀ ਨਾਲ ਦੇਖਦੇ ਹਾਂ ਪਾਰਟੀਆਂ ਦੀ, ਖਾਸ ਤੌਰ ਤੇ ਬੀਜੇਪੀ ਜਾਂ ਕਾਂਗਰਸ ਜਾਂ ਅਕਾਲੀ ਦਲ, ਇਹਨਾਂ ਨੇ ਕੀ ਕੀਤਾ ਕਿ 1990 ਤੋਂ ਬਾਅਦ ਜਿਹੜੇ ਇਹਨਾਂ ਦੀ ਪੋਲਿਟਿਕਸ ਤੁਸੀਂ ਬਹੁਤ ਗਹਿਰਾਈ ਨਾਲ ਦੇਖੋਗੇ ਤਾਂ ਸਾਰੀਆਂ ਨੀਤੀਆਂ ਜਿਹੜੀਆਂ ਅੱਜ ਲਾਗੂ ਹੋ ਰਹੀਆਂ ਨੇ, ਇਹ ਕਾਂਗਰਸ ਨੇ ਸ਼ੁਰੂ ਕੀਤੀਆਂ ਔਰ ਮੋਦੀ ਸਰਕਾਰ ਨੇ ਜਾਂ ਬੀਜੇਪੀ ਨੇ ਇਹਨੂੰ ਪੂਰੀ ਤਨਦੇਹੀ ਦੇ ਨਾਲ ਉਹ ਜਿਹੜੀਆਂ ਨੀਤੀਆਂ ਸੀ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਬਹੁਤ ਪੂਰਾ ਜ਼ੋਰ ਲਾਤਾ। ਔਰ ਤੁਸੀਂ ਇਹ ਦੇਖੋਗੇ ਕਿ ਇਹੀ ਬੀਜੇਪੀ ਕਿਸੇ ਵੇਲੇ ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀਗੀ, ਉਹ ਇਹ ਲਗਾਤਾਰ ਕਹਿੰਦੀ ਸੀ ਕਿ ਅਸੀਂ ਮਲਟੀਨੇਸ਼ਨਲ ਕੰਪਨੀਆਂ ਜਾਂ ਜਿਹੜਾ ਇਹ ਕਾਰਪੋਰੇਟ ਹੈ ਉਹਨਾਂ ਨੂੰ ਅਸੀਂ ਇੱਥੇ ਨਹੀਂ ਵੜਨ ਦੇਵਾਂਗੇ, ਪਰ ਇਹੀ ਬੀਜੇਪੀ ਅੱਜ ਦੇ ਆਪਾਂ ਦੇਖ ਰਹੇ ਹਾਂ ਕਿ ਉਹਨਾਂ ਦੀ ਭਾਈਵਾਲ ਬਣ ਕੇ ਸਾਰੇ ਜਿਹੜੇ ਆਰਡੀਨੈਂਸ ਦੇ ਜਿੰਨੇ ਵੀ ਕਾਨੂੰਨ ਨੇ ਉਹਨਾਂ ਦੇ ਪੱਖ 'ਚ ਲੈ ਕੇ ਆ ਰਹੀ ਹੈ। ਇਸ ਤਰ੍ਹਾਂ ਅਕਾਲੀ ਦਲ ਹੈ, ਅਕਾਲੀ ਦਲ ਨੇ ਵੀ 3M ਦੇ ਰਾਹੀਂ ਜਿਹੜਾ ਹੈਗਾ ਰਾਜ ਕੀਤਾ 1990 ਤੋਂ ਬਾਅਦ। ਅੱਜ ਉਹ ਪੰਥਕ ਚਾਹੇ ਮੁੱਦਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਆਪਾਂ ਦੇਖਦੇ ਹਾਂ ਕਿ 1990 ਤੋਂ ਬਾਅਦ ਉਹਨਾਂ ਨੇ ਆਪਣੇ ਪੰਥਕ ਮੁੱਦੇ ਵਿਸਾਰ ਦਿੱਤੇ। 3M ਉਹਨਾਂ ਨੇ ਦੇ ਉੱਤੇ ਆਧਾਰਿਤ ਆਪਣਾ ਸਾਰਾ ਪਹਿਲਾ ਸੀਗਾ ਮਨੀ, ਪੈਸੇ ਨੂੰ ਉਹਨਾਂ ਨੇ ਮੁੱਦਾ ਬਣਾਇਆ, ਪੈਸਾ ਕੰਟਰੋਲ ਕਰਨ ਦਾ, ਜਾਂ ਜਿਹੜੀ ਸਾਰੀ ਜਿਹੜੀ ਉਹਨਾਂ ਦੀ ਸੱਤਾ ਸੀਗੀ ਉਹ ਪੈਸੇ ਦੇ ਰਾਹੀਂ ਉਹਨਾਂ ਨੇ ਕਿਹਾ ਕਿ ਅਸੀਂ ਪੈਸੇ ਰਾਹੀਂ ਇਹਨੂੰ ਕੰਟਰੋਲ ਕਰਾਂਗੇ। ਉੱਪਰਲੇ ਜਿਹੜਾ ਅਮੀਰ ਤਬਕਾ ਸੀਗਾ ਉਹਨਾਂ ਨੂੰ ਨਾਲ ਲੈ ਕੇ ਉਹ ਚੋਣਾਂ ਲੜਦੇ ਸੀਗੇ। ਦੂਜਾ ਸੀਗਾ ਕਿ ਮਸਲ ਪਾਵਰ, ਉਹਨਾਂ ਨੇ ਇੱਕ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਹੜੀ ਸੀਗੀ ਇੱਕ ਭ੍ਰਿਸ਼ਟਾਚਾਰ ਦੀ ਰਾਜਨੀਤੀ, ਇਹਨੂੰ ਬਿਜ਼ਨਸ ਬਣਾ ਕੇ, ਠੀਕ ਹੈ ਨਾ, ਉਹਨੂੰ ਉਹਨਾਂ ਨੇ ਭ੍ਰਿਸ਼ਟਾਚਾਰ ਦੀ ਰਾਜਨੀਤੀ, ਇੱਕ ਪਰਿਵਾਰਵਾਦ ਦੀ ਰਾਜਨੀਤੀ ਵੱਲ ਲੈ ਕੇ ਆਏ। ਤੀਸਰਾ ਹੈ ਮੀਡੀਆ। ਅਕਾਲੀ ਦਲ ਨੇ ਪਹਿਲੀ ਵਾਰੀ, ਤੁਹਾਨੂੰ ਯਾਦ ਹੋਏਗਾ ਕਿ ਪੂਰੇ ਦਾ ਪੂਰਾ ਜਿਹੜਾ ਮੀਡੀਆ ਸੀ ਪੰਜਾਬ ਦਾ ਉਹ ਕੰਟਰੋਲ ਕੀਤਾ, ਆਪ ਸਗੋਂ ਉਹਦੇ 'ਚ ਇਨਵੈਸਟ ਕੀਤਾ ਮੀਡੀਆ ਦੇ ਵਿੱਚ। ਸੋ 3M ਦੇ ਨਾਲ
ਅਕਾਲੀ ਦਲ ਦੀ ਸਿਆਸਤ ਨੂੰ ਸਮਝਿਆ ਜਾ ਸਕਦਾ। ਉਹਦੇ ਵਿੱਚੋਂ ਕੀ ਹੋਇਆ ਕਿ ਪੰਜਾਬ ਦੇ ਜਿਹੜੇ ਪੰਥਕ ਮੁੱਦੇ ਸੀ ਉਹ ਮਾਈਨਸ ਹੋ ਗਏ ਔਰ ਪੰਜਾਬ ਦੀ ਕਿਸਾਨੀ ਜਿਹੜੀ ਸੀ, ਗਰੀਬ ਕਿਸਾਨੀ ਦੇ ਮੁੱਦੇ ਉਹ ਮਾਈਨਸ ਹੋ ਗਏ। ਇੱਕੋ ਇੱਕ ਜਿਹੜਾ ਰਹਿ ਗਿਆ ਉਹਨਾਂ ਦਾ ਮਕਸਦ ਉਹ ਸੀਗਾ ਕਿ ਪੈਸਾ ਕਿਵੇਂ ਕਮਾਇਆ ਜਾਏ, ਸਿਆਸਤ ਨੂੰ ਬਿਜ਼ਨਸ ਦੇ ਵਿੱਚ ਕਿਵੇਂ ਤਬਦੀਲ ਕੀਤਾ ਜਾਵੇ। ਉਹ ਬਿਜ਼ਨਸ ਉਹਨਾਂ ਨੇ ਆਪਣਾ ਵਧਾਇਆ ਹੈ ਅਕਾਲੀ ਦਲ ਨੇ, ਇਹ ਸਾਰੇ ਅਸੀਂ ਜਾਣਦੇ ਹਾਂ। ਡਾਕਟਰ ਸਾਹਿਬ, ਗੱਲ ਭਗਵੰਤ ਮਾਨ ਦੀ ਕਰਦੇ ਹਾਂ। ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਇਹ ਦੱਸਣ ਕਿ ਹੁਣ ਤੱਕ ਦੋਵੇਂ ਪਾਰਟੀਆਂ ਨੇ ਕੀ ਕੀਤਾ। ਉਹ ਭਗਵੰਤ ਮਾਨ ਨੇ ਉਹਨਾਂ ਨੂੰ ਇੱਕ ਖੁੱਲੀ ਚੁਣੌਤੀ ਦਿੱਤੀ ਹੈ ਕਿ ਉਹ ਮੇਰੇ ਨਾਲ ਆ ਕੇ ਬਹਿਸ ਕਰਨ ਕਿ ਆਖਰ ਪੰਜਾਬ ਦੇ ਲਈ ਦੋਵੇਂ ਪਾਰਟੀਆਂ ਨੇ ਹੁਣ ਤੱਕ ਕੀਤਾ ਕੀ ਆ। ਦੇਖੋ, ਜਿਹੜੀ ਉਹਨਾਂ ਨੇ ਬਹਿਸ ਦੀ ਚੁਣੌਤੀ ਦਿੱਤੀ ਹੈ, ਮੈਨੂੰ ਲੱਗਦਾ ਹੈ ਕਿ ਅੱਜ ਆਪਾਂ ਨੂੰ ਮੈਨੂੰ ਗੁਰੂ ਨਾਨਕ ਦੇਵ ਜੀ ਦੀਆਂ 2 ਲਾਈਨਾਂ ਜ਼ਰੂਰ ਯਾਦ ਆਉਂਦੀਆਂ ਨੇ ਇੱਥੇ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਆ ਕਿਛ ਕਹੀ ਹੈ। ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਵਾਦ ਦਾ, ਡਾਇਲੌਗ ਦਾ ਸਾਨੂੰ ਇੱਕ ਮਾਡਲ ਦਿੱਤਾ ਹੈ ਪੰਜਾਬ ਨੂੰ, ਉਸ ਸੰਵਾਦ ਦੇ ਰਾਹੀਂ ਇਹ ਜਿਹੜੇ ਮਸਲੇ ਹੱਲ ਕੀਤੇ ਜਾ ਸਕਦੇ ਨੇ। ਜੇ ਉਹਨਾਂ ਨੇ ਕਿਹਾ ਹੈ ਕਿ ਇਹ ਅੱਜ ਸੰਵਾਦ ਦੀ ਲੋੜ ਹੈ, ਡਾਇਲੌਗ ਦੀ ਲੋੜ ਹੈ, ਤਾਂ ਲਾਜ਼ਮੀ ਤੌਰ ਤੇ ਪਾਰਟੀਆਂ ਨੂੰ ਅੱਗੇ ਆਉਣਾ ਚਾਹੀਦਾ ਔਰ ਸੰਵਾਦ ਹੋਣਾ ਚਾਹੀਦਾ। ਤੁਸੀਂ ਅੱਜ ਦੀ ਮੈਂ ਪਿਛਲੇ ਦਿਨਾਂ ਦੇ ਵਿੱਚ ਟੀਵੀ ਦੇਖ ਰਿਹਾ ਸੀਗਾ, ਕਿਉਂਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਨੇ ਅਗਲੇ ਮਹੀਨੇ, ਤਾਂ ਉੱਥੇ ਕੀ ਹੁੰਦਾ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਨੂੰ ਇੱਕੋ ਸਟੇਜ ਦੇ ਉੱਤੇ ਲਿਆ ਕੇ ਉਹਨਾਂ ਨੂੰ ਮੁੱਦਿਆਂ ਬਾਰੇ ਉਹਨਾਂ ਤੋਂ ਬਹਿਸ ਕਰਾਈ ਜਾਂਦੀ ਹੈ, ਸੰਵਾਦ ਡਾਇਲੌਗ ਕਰਾਇਆ ਜਾਂਦਾ ਹੈ। ਇਹ ਇੱਕ ਡੈਮੋਕ੍ਰੇਸੀ ਦੀ ਇੱਕ ਬਹੁਤ ਵੱਡੀ ਬੁਨਿਆਦੀ ਲੋੜ ਵੀ ਹੈ ਔਰ ਇਸ ਵੇਲੇ ਤਾਂ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਇਸ ਵੇਲੇ ਪੰਜਾਬ, ਜਿਵੇਂ ਮੈਂ ਕਿਹਾ, ਪੰਜਾਬ ਦੀ ਕਿਸਾਨੀ ਬਹੁਤ ਵੱਡੇ ਸੰਕਟ 'ਚ ਹੈ। ਤਾਂ ਪੰਜਾਬ ਦੀ ਕਿਸਾਨੀ ਬਾਰੇ ਬਹਿਸ ਜਿਹੜੀ ਹੈਗੀ ਨਾ, ਜਿਹੜੀਆਂ ਵੱਡੀਆਂ ਪਾਰਟੀਆਂ ਨੇ ਪੰਜਾਬ ਦੀਆਂ, ਇਹ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਉਹਦੇ ਵਿੱਚੋਂ ਹੀ ਲੋਕਾਂ ਨੂੰ ਤਾਂ ਹੀ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਜਿਹੜੀ ਹੈਗੀ ਹੈ ਕਿੰਨੇ ਕੁ ਪਾਣੀ 'ਚ ਹੈ। ਡਾਕਟਰ ਸਾਹਿਬ, ਇੱਕ ਗੱਲ ਇੱਥੇ ਸਾਹਮਣੇ ਆਉਂਦੀ ਆ, ਕਿਸਾਨ ਅੱਜ ਵਿਰੋਧ ਕਰ ਰਹੇ ਨੇ ਪਾਰਟੀਆਂ ਦਾ। ਜੀ, ਅਕਾਲੀ ਦਲ ਦਾ ਵੀ ਵਿਰੋਧ ਹੋ ਰਿਹਾ, ਹਾਲਾਂਕਿ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕਰ ਰਹੇ ਨੇ, ਕਾਂਗਰਸ ਦਾ ਵੀ ਵਿਰੋਧ ਕਰ ਰਹੇ ਨੇ। ਪਰ ਆਪਾਂ 2017 ਦੀ ਗੱਲ ਕਰੀਏ, 2017 ਦੇ ਵਿੱਚ ਇੱਕ ਲਹਿਰ ਉੱਠੀ, ਹਵਾ ਉੱਠੀ ਕਿ ਹੁਣ ਸੂਬੇ ਦੇ ਵਿੱਚ ਜੋ ਫੇਰ ਬਦਲ ਹੋਵੇਗਾ, ਕਿ ਆਮ ਆਦਮੀ ਪਾਰਟੀ ਸ਼ਾਇਦ ਸੱਤਾ ਦੇ ਵਿੱਚ ਆ ਸਕਦੀ ਹੈ। ਪਰ ਹੋਇਆ ਕੀ, ਸਭ ਨੂੰ ਪਤਾ, ਆਈ ਕਾਂਗਰਸ। ਤੁਹਾਨੂੰ ਲੱਗਦਾ ਕਿ ਜਿਵੇਂ ਹੁਣ ਵਿਰੋਧਤਾ ਹੋ ਰਿਹਾ, ਕਹਿ ਰਹੇ ਨੇ ਕਿ ਅਸੀਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰ ਰਹੇ ਨੇ, ਪਰ ਦੇਖਿਆ ਜਾਂਦਾ ਕਿ ਉਹੀ ਕਿਸਾਨ ਉਹਨਾਂ ਹੀ ਪਾਰਟੀਆਂ ਦੇ ਬੂਥਾਂ ਤੇ ਜਾ ਕੇ ਬੈਠੇ ਹੁੰਦੇ ਨੇ, ਉਹੀ ਫਿਰ ਪਾਰਟੀਆਂ ਸੱਤਾ ਦੇ ਵਿੱਚ ਆ ਜਾਂਦੀਆਂ। ਅਜਿਹਾ ਕਿਉਂ ਹੁੰਦਾ? ਅਜਿਹਾ ਇਸ ਲਈ ਹੁੰਦਾ ਹੈ ਇਮਰਾਨ ਜੀ, ਕਿਉਂਕਿ ਕੋਈ ਵੀ ਸਿਸਟਮ ਹੈ ਜੀ, ਉਹ ਪੋਲਿਟਿਕਸ ਦੇ ਰਾਹੀਂ ਚੱਲਦਾ ਹੈ ਜੀ। ਜੇ ਆਪਾਂ ਕਹਿੰਦੇ ਆ ਕਿ ਜਿਹੜਾ ਬੰਦਾ ਇਹ ਕਹਿੰਦਾ ਜਾਂ ਜਿਹੜੀ ਪਾਰਟੀ ਇਹ ਕਹਿੰਦੀ ਆ ਜਾਂ ਜਿਹੜੇ ਕਿਸਾਨ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਪੋਲਿਟਿਕਸ ਨਹੀਂ ਕਰ ਰਹੇ ਜੀ, ਇਹਦਾ ਮਤਲਬ ਸਭ ਤੋਂ ਜ਼ਿਆਦਾ ਪੋਲਿਟਿਕਸ ਉਹੀ ਕਰ ਰਹੇ। ਇਹ ਕਹਿਣਾ ਕਿ ਮੈਂ ਤਾਂ ਪੋਲਿਟਿਕਸ ਨਹੀਂ ਹਾਂ, ਮੈਂ ਤਾਂ ਸਿਆਸੀ ਕੰਮ ਹੀ ਨਹੀਂ ਕਰਦਾ, ਇਹਦਾ ਮਤਲਬ ਉਹ ਸਿਆਸਤ ਕਰ ਰਿਹਾ ਹੈ। ਇੱਕ ਦੂਜੇ ਤੇ ਦੋਸ਼ ਇਦਾਂ ਹੀ ਲਾਉਂਦੇ ਨੇ ਨਾ ਕਿ ਇਹ ਤਾਂ ਸਿਆਸਤ ਕਰ ਰਹੇ ਨੇ, ਅਸੀਂ ਸਿਆਸਤ ਨਹੀਂ ਕਰ ਰਹੇ, ਇਹਦਾ ਮਤਲਬ ਉਹ ਸਭ ਤੋਂ ਵੱਡੇ ਸਿਆਸਤਦਾਨ ਨੇ। ਸੋ ਇਹ ਗੱਲ ਨਹੀਂ ਹੁੰਦੀ, ਸਿਆਸਤ ਨੇ ਹੀ ਮਸਲੇ ਹੱਲ ਕਰਨੇ ਨੇ। ਪਰ ਮੈਂ ਉਹੀ ਗੱਲ ਜਿਹੜੀ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਅਸੀਂ ਸਿਆਸਤ ਕਿਸ ਲਈ ਕਰ ਰਹੇ ਹਾਂ? ਕੀ ਅਸੀਂ ਕਿਸਾਨਾਂ ਨੂੰ ਬੁੱਧੂ ਬਣਾਉਣ ਲਈ ਸਿਆਸਤ ਕਰ ਰਹੇ ਹਾਂ? ਕੀ ਅਸੀਂ ਸਿਆਸਤ ਇਸ ਲਈ ਕਰ ਰਹੇ ਹਾਂ ਕਿ ਕਿਸਾਨਾਂ ਦਾ ਜਿਹੜਾ ਏਡਾ ਵੱਡਾ ਸੰਘਰਸ਼ ਹੈ ਉਹਨੂੰ ਤਾਰ-ਪੀੜੋ ਕਰ ਦਿਓ? ਬਿਲਕੁਲ ਇਹ ਕਰ ਰਹੇ ਹਾਂ। ਜਾਂ ਅਸੀਂ ਸੱਚੀ ਮੁੱਚੀ ਕਿਸਾਨਾਂ ਦੇ ਹਿਤੈਸ਼ੀ ਹੋ ਕੇ ਕਿਸਾਨਾਂ ਦਾ ਜੋ ਇਸ ਵੇਲੇ ਜੀਣ ਮਰਨ ਦਾ ਜਿਹੜਾ ਇੱਕ ਸਵਾਲ ਪੈਦਾ ਹੋ ਚੁੱਕਿਆ ਹੈ, ਕੀ ਅਸੀਂ ਉਹਦੇ ਲਈ ਸਿਆਸਤ ਕਰਨੀ ਹੈ? ਇਹ ਸਿਆਸਤ ਤੁਹਾਨੂੰ ਫਰਕ ਕਰਨਾ ਪਏਗਾ ਪੰਜਾਬੀਆਂ ਨੂੰ, ਕਿਹੜੇ ਲੋਕ ਨੇ ਉਹਨਾਂ ਦੇ ਨਾਲ ਖੜਦੇ ਨੇ, ਕਿਹੜੇ ਲੋਕ ਕਿਸਾਨਾਂ ਦੇ ਮੁੱਦੇ ਉਠਾਉਂਦੇ ਨੇ, ਕਿਹੜੇ ਲੋਕ ਆਮ ਲੋਕਾਂ ਦੇ ਮੁੱਦੇ ਉਠਾਉਂਦੇ ਨੇ, ਕਿਹੜੇ ਲੋਕ ਮੁਲਾਜ਼ਮਾਂ ਦੇ ਮੁੱਦੇ ਉਠਾਉਂਦੇ ਨੇ, ਕਿਹੜੇ ਲੋਕ ਨੌਜਵਾਨਾਂ ਦੇ ਮੁੱਦੇ ਉਠਾਉਂਦੇ ਨੇ। ਇਹ ਸਾਨੂੰ ਜਿੰਨੀ ਦੇਰ ਪੰਜਾਬੀ ਇਸ ਗੱਲ ਦਾ ਨਿਤਾਰਾ ਨਹੀਂ ਕਰਦੇ ਕਿ ਕਿਹੜੀ ਸਿਆਸਤ ਸਾਡੇ ਪੱਖ 'ਚ ਹੈ, ਕਿਹੜੇ ਸਾਡੇ ਦੋਸਤ ਨੇ, ਕਿਹੜੇ ਸਾਡੇ ਦੁਸ਼ਮਣ ਨੇ, ਉਨੀ ਦੇਰ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋਏਗਾ, ਪੰਜਾਬ ਦਾ ਭਲਾ ਨਹੀਂ ਹੋਏਗਾ। ਸਾਨੂੰ ਇਹ ਜ਼ਰੂਰ ਲਾਜ਼ਮੀ ਤੌਰ ਤੇ ਜਿਹੜੀ ਸਾਡੀ ਅੱਖ ਹੈ, ਤੀਜਾ ਨੇਤਰ ਹੈ ਜਿਹੜਾ ਹੈਗਾ, ਸਾਨੂੰ ਗੁਰੂ ਸਾਹਿਬ ਨੇ ਇੱਕ ਜਿਹੜੀ ਕਿਹਾ ਕਿ ਸਾਨੂੰ ਚੇਤਨ ਹੋਣ ਦੀ ਲੋੜ ਹੈ, ਸਾਨੂੰ ਜਿਹੜਾ ਹੈਗਾ, ਸਾਨੂੰ ਇੱਕ ਪੋਲੀਟੀਕਲ ਚੇਤਨਾ ਸਾਨੂੰ ਦਿੱਤੀ ਹੈ ਗੁਰੂ ਸਾਹਿਬ ਨੇ। ਔਰ ਮੀਰੀ ਪੀਰੀ ਦਾ ਜਿਹੜਾ ਉਹਨਾਂ ਨੇ ਇੱਕ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਜਿਹੜਾ ਕਿਹਾ ਸੀਗਾ ਕਿ ਮੀਰੀ ਔਰ ਪੀਰੀ ਦੀ ਲੋੜ ਹੈ ਪੰਜਾਬ ਨੂੰ। ਜਿੰਨੀ ਦੇਰ ਅਸੀਂ ਉਸ ਰਸਤੇ ਤੇ ਨਹੀਂ ਚੱਲਾਂਗੇ ਤਾਂ ਲਾਜ਼ਮੀ ਤੌਰ ਤੇ ਜਿਹੜੇ ਪੰਜਾਬ ਦੇ ਇਦਾਂ ਦੀ ਜਿਹੜੀ ਪੋਲਿਟਿਕਸ ਹੈ, ਪੰਜਾਬ ਦੀ ਵਿਰੋਧੀ ਪੋਲਿਟਿਕਸ ਹੈ, ਪੰਜਾਬ ਦੇ ਕਿਸਾਨ ਵਿਰੋਧੀ ਪੋਲਿਟਿਕਸ ਹੈ, ਉਹ ਹਾਵੀ ਹੁੰਦੀ ਰਹੇਗੀ ਔਰ ਸਾਡੀ ਇਦਾਂ ਲੁੱਟ ਹੁੰਦੀ ਰਹੇਗੀ ਜੀ। ਸੋ ਇਹ ਸੀ ਸਾਡੇ ਨਾਲ ਡਾਕਟਰ ਭੀਮਿੰਦਰ ਸਿੰਘ, ਸਿਆਸੀ ਮਾਹਰ, ਜਿਨ੍ਹਾਂ ਨੇ ਕਿਸਾਨੀ ਮੁੱਦੇ ਤੇ ਤੁਹਾਡੇ ਸਾਹਮਣੇ ਸੱਚੀਆਂ ਗੱਲਾਂ ਰੱਖੀਆਂ। ਇਸ ਮੁੱਦੇ ਤੇ ਤਹਿ ਤੱਕ ਗਏ, ਇਸ ਮੁੱਦੇ ਦੇ, ਕਿਸਾਨੀ ਮੁੱਦੇ ਤੇ ਹਰ ਸਿਆਸੀ ਪਾਰਟੀ ਦੀ ਗੱਲ ਹੋਈ, ਨੌਜਵਾਨਾਂ ਦੀ ਵੀ ਗੱਲ ਹੋਈ, ਕਿਸਾਨੀ ਦੀ ਵੀ ਗੱਲ ਹੋਈ। ਸਭ ਤੋਂ ਪਹਿਲਾਂ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਤੁਹਾਡਾ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਜੀ। ਸ਼ੁਕਰੀਆ।
ਸੋ ਗੱਲ ਇਹ ਹੈ ਕਿ ਪੰਜਾਬ ਦੀ ਪਹਿਲਾਂ ਜਵਾਨੀ ਬਚਾਉਣ ਤੇ ਲੱਗੇ ਰਹੇ, ਹੁਣ ਪੰਜਾਬ ਦੀ ਕਿਸਾਨੀ ਬਚਾਉਣ ਤੇ ਲੱਗੇ ਹੋਏ ਨੇ। ਦੇਖਣ ਵਾਲੀ ਗੱਲ ਹੈ ਕਿ ਆਖਰ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਕਦੋਂ ਤੱਕ ਬਚਾਉਣਾ ਪਵੇਗਾ। ਸੋ ਮੈਨੂੰ ਦਿਓ ਇਜਾਜ਼ਤ, ਸਮਾਂ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮਿਲਦੇ ਹਾਂ ਕਿਸੇ ਹੋਰ ਮਹਿਮਾਨ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।